ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਜੋਰ ਕਰ ਬੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਾਵ ਸਫਲ, ਬਿਨ ਬੇਰੀ ਕਰ ਪਾਰ। ਇਹ ਬੇਰੀ ਹੋਏ ਭਾਵ ਸਫਲ, ਬਿਨ ਬੇਰੀ ਕਰ ਪਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸਤਿਗੁਰੂ ਹਰਗੋਬਿੰਦ ਜੀ, ਦੁਰਗ ਗਵਾਲੀਅਰ ਸ਼ੋਰ। ਖਾਂ ਵਜ਼ੀਰ ਕੋ ਸੰਗ ਲੈ, ਗਮਨੇ ਦਿੱਲੀ ਓਰ। ਸਤਿਗੁਰੂ ਹਰਗੋਬਿੰਦ ਜੀ, ਦੁਰਗ ਗਵਾਲੀਅਰ ਸ਼ੋਰ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਜਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹੋਰ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਆਪ ਜੀ ਸਿੱਖ ਸੰਗਤਾਂ, ਗੁਰੂ ਜੀ ਦੇ ਪਿਆਰ ਵਾਲੀਆਂ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ, ਜਿਨ੍ਹਾਂ ਦਰਸ਼ਨਾਂ ਨੂੰ ਕਰਨ ਵਿੱਚ ਬਹੁਤ ਵੱਡਾ ਲਾਭ ਹੈ, ਬਹੁਤ ਭਲਾ ਹੁੰਦਾ ਹੈ। ਦਰਸ਼ ਪਰਸ ਕੀਨੇ ਗੁਰੂ ਗ੍ਰੰਥ ਮਹਾਰਾਜ ਜੂ ਕੇ, ਪਾਪ ਜਨ ਮੰਤਰ ਕੇ ਪੁੰਨ ਰੂਪ ਧਾਰਤੇ। ਜਿਹੜਾ ਭਾਵਨਾ ਦੇ ਨਾਲ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ, ਉਹਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਨੇ, ਭਾਵ ਕਿ ਕਈ ਜਨਮਾਂ ਦੇ ਜਿਹੜੇ ਪਾਪ ਨੇ ਸੰਗਤ ਜੀ, ਉਹ ਪੁੰਨਾਂ ਦੇ ਰੂਪ ਵਿੱਚ ਬਦਲ ਜਾਂਦੇ ਹਨ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦਾ ਪ੍ਰਤਾਪ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦੀ ਮਹਿਮਾ ਹੈ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪ ਜੀ। ਧੰਨ 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 ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ, ਵੱਡ ਯੋਧੇ, ਮਹਾਨ ਪਰਉਪਕਾਰੀ, ਸੂਰਮੇ ਸੱਚੇ ਪਾਤਸ਼ਾਹ, ਦਲ ਭੰਜਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਰਵਣ ਕਰ ਰਹੇ ਹੋ। ਸਭ ਸੰਗਤ ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦਾ ਬਹੁਤ ਵੱਡਾ ਤੇਜ ਪ੍ਰਤਾਪ ਹੈ, ਬਹੁਤ ਵੱਡਾ ਤੇਜ ਪ੍ਰਤਾਪ ਹੈ। ਆਪ ਜੀ ਨੇ ਕਥਾ ਸਰਵਣ ਕੀਤੀ, ਕਿਸ ਤਰੀਕੇ ਦੇ ਨਾਲ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚ ਗਏ, ਉੱਥੇ ਕਿਵੇਂ ਮਹਾਰਾਜ ਰਹੇ ਆ, ਭਾਈ ਜੇਠਾ ਜੀ ਹੋਣਾ ਨੇ ਕਿਵੇਂ ਕਿਵੇਂ ਵਿਉਂਤਾਂ ਰਚੀਆਂ, ਬਾਬਾ ਬੁੱਢਾ ਸਾਹਿਬ ਜੀ ਮਿਲਣ ਵਾਸਤੇ ਆਏ ਹਨ, ਕੀ ਸਾਰਾ ਕੁਝ ਹੋਇਆ, ਕਿਵੇਂ ਨਰਕ ਤੋਂ ਵੀ ਬਦਤਰ ਜ਼ਿੰਦਗੀ ਜਿਉਣ ਵਾਲੇ ਜਿਹੜੇ ਰਾਜੇ ਸਨ,
ਉਹਨਾਂ ਨੂੰ ਗੁਰੂ ਜੀ ਨੇ ਆਜ਼ਾਦ ਕਰਵਾਇਆ ਜੀ। ਇਸ ਸਾਲ ਸਤਿਗੁਰੂ ਜੀ ਦਾ ਜਿਹੜਾ ਬੰਦੀ ਛੋੜ ਦਿਵਸ ਹੈ, ਬੰਦੀ ਰਾਜਿਆਂ ਨੂੰ ਆਜ਼ਾਦ ਕਰਾਉਣ ਵਾਲਾ, ਉਹ 400 ਸਾਲਾ ਹੈ ਸਾਧ ਸੰਗਤ ਜੀ। 400 ਸਾਲ ਪਹਿਲਾਂ ਦੀ ਇਹ ਘਟਨਾ ਹੈ। ਪਰ ਤੁਸੀਂ ਵੇਖੋ 400 ਸਾਲ ਹੋ ਗਏ ਹੈ ਗਵਾਲੀਅਰ ਦੇ ਕਿਲੇ ਨੂੰ ਅੱਜ ਵੀ ਲੋਕ ਨਮਸਕਾਰਾਂ ਕਰਦੇ ਹਨ ਜੀ। ਨਹੀਂ ਤੇ 50-60 ਸਾਲਾਂ ਬਾਅਦ ਕਹਾਣੀ ਖਤਮ ਹੋ ਜਾਂਦੀ ਹੈ। ਪਰ 400 ਸਾਲ ਹੋ ਗਏ ਹੈ ਗਵਾਲੀਅਰ ਦੇ ਕਿਲੇ ਨੂੰ ਲੋਕ ਅੱਜ ਵੀ ਨਮਸਕਾਰਾਂ ਕਰਦੇ ਹਨ। ਉਸ ਕਿਲੇ ਵੱਲ ਵੇਖ ਕੇ ਭਾਵੇਂ ਟ੍ਰੇਨ 'ਚ ਹੀ ਹੋਣ ਸੰਗਤਾਂ ਹੱਥ ਜੋੜ ਜੋੜ ਕੇ ਮੱਥਾ ਟੇਕਦੀਆਂ ਨੇ। ਇੱਥੇ ਸਾਡੇ ਬੰਦੀ ਛੋੜ ਦਾਤਾ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਜੀ। ਇਸੇ ਕਰਕੇ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। 400 ਸਾਲ ਦੀ ਇਹ ਕਥਾ ਹੈ। ਪਰ ਜਦੋਂ ਕਥਾ ਸੁਣੀਏ ਅੱਜ ਵੀ ਸੰਗਤ ਦੀ ਕਥਾ ਨਵੀਂ ਲੱਗਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਇਹ ਗੁਰੂ ਜੀ ਦੀ ਸੋਭਾ ਵਡਿਆਈ ਹੈ। 52 ਰਾਜੇ ਸਨ। ਮਹਾਰਾਜ ਜੀ ਨੇ ਵੱਡਾ ਚੋਲਾ ਪਾਇਆ 50 ਕਲੀਆਂ ਵਾਲਾ। 2 ਬੰਦ ਜਿਹੜੇ ਆ ਉਹ ਸੱਚੇ ਪਾਤਸ਼ਾਹ ਜੀ ਨੇ ਰਾਜਿਆਂ ਨੂੰ ਪਕੜਾਏ। 52 ਰਾਜੇ ਸੱਚੇ ਪਾਤਸ਼ਾਹ ਜੀ ਨੇ ਆਜ਼ਾਦ ਕਰਵਾਏ। ਔਰ ਹੁਣ ਗੁਰੂ ਜੀ ਆਪ ਦਿੱਲੀ ਵੱਲ ਨੂੰ ਜਾ ਰਹੇ ਹਨ। ਇੱਥੋਂ ਹੁਣ ਕਥਾ ਆਰੰਭ ਹੋ ਰਹੀ ਹੈ। ਸੁਰਤੀਆਂ ਬਿਰਤੀਆਂ ਜੋੜੋ। ਚੌਥੀ ਰਾਸ ਸੰਪੂਰਨ ਹੋਈ। 5ਵੀਂ ਰਾਸ ਜਿਹੜੀ ਹੈ ਉਹ ਆਰੰਭ ਹੋ ਰਹੀ ਹੈ। 5ਵੀਂ ਰਾਸ ਦੇ ਆਰੰਭ ਹੋਣ 'ਤੇ ਭਾਈ ਸੰਤੋਖ ਸਿੰਘ ਜੀ ਨੇ 10 ਪਾਤਸ਼ਾਹੀਆਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਜੀ। ਗੁਰਸਿੱਖਾਂ ਦੇ ਚਰਨਾਂ 'ਚ ਮੱਥਾ ਟੇਕਿਆ। ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਕਰਾਮਾਤ ਨਹੀਂ ਦਿਖਾਈ, ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਅਤੇ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਜੀ। ਉਹਨਾਂ ਗੁਰਸਿੱਖਾਂ ਨੂੰ ਵੀ ਮੱਥਾ ਟੇਕਿਆ। ਸਾਰਿਆਂ ਦੇ ਚਰਨਾਂ ਵਿੱਚ ਬਾਰੰਬਾਰ ਨਮਸਕਾਰ ਹੈ। ਆਓ ਹੁਣ ਕਥਾ ਸੁਣੀਏ। ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸਤਿਗੁਰੂ ਹਰਗੋਬਿੰਦ ਜੀ ਦੁਰਗ ਗਵਾਲੀਅਰ ਸ਼ੋਰ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦਾ ਕਿਲਾ ਛੱਡ ਕੇ ਖਾਂ ਵਜ਼ੀਰ ਕੋ ਸੰਗ ਲੈ ਗਮਨੇ ਦਿੱਲੀ ਔਰ। ਤੇ ਵਜ਼ੀਰ ਖਾਂ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਦਿੱਲੀ ਵਾਲੇ ਪਾਸੇ ਨੂੰ ਵਧੇ ਹਨ। ਹਾਂਜੀ। ਚੌਪਈ। ਕਾਰਾਗ੍ਰਹਿ ਤੇ ਨਿਰਪ ਨਿਕਸਾਏ। ਉਸ ਕੈਦ ਵਿੱਚੋਂ ਜਿਹੜੇ 52 ਰਾਜੇ ਸਤਿਗੁਰੂ ਜੀ ਨੇ ਆਜ਼ਾਦ ਕਰਵਾਏ, ਸੋ ਹਰਦਾਸ ਸਾਥ ਗਮਨ ਆਏ। ਉਹ ਦਰੋਗੇ ਹਰਦਾਸ ਨਾਲ ਤੋਰ ਦਿੱਤੇ ਜੀ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਅਧਿਕ ਆਨੰਦਿਤ ਕਰਤ ਉਚਾਰੀ। ਸਾਰੇ ਰਾਜੇ ਬੜੇ ਆਨੰਦ ਵਿੱਚ ਨੇ। ਕਿਉਂ? ਉਹ ਇਕੱਲੇ ਕਿਲੇ 'ਚ ਨਹੀਂ ਆਏ, ਕਿਲੇ 'ਚੋਂ ਬਾਹਰ ਨਹੀਂ ਆਏ। ਸੰਗਤ ਜੀ ਉਹਨਾਂ ਨੂੰ ਜ਼ਿੰਦਗੀ ਨਵੀਂ ਮਿਲ ਗਈ ਜੀ। ਜ਼ਿੰਦਗੀ ਨਵੀਂ ਮਿਲੀ ਜੀ। ਹਾਂਜੀ। ਧੰਨ ਧੰਨ ਗੁਰ ਪਰ ਉਪਕਾਰੀ। ਉਹ ਤੇ ਇੱਕੋ ਹੀ ਗੱਲ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਧੰਨ ਨੇ। ਧੰਨ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਬਹੁਤੇ ਵੱਡੇ ਪਰਉਪਕਾਰੀ ਹਨ। ਬਹੁਤ ਵੱਡੇ ਪਰਉਪਕਾਰੀ ਹਨ ਜਿਨ੍ਹਾਂ ਸਾਡੇ ਤੇ ਪਰਉਪਕਾਰ ਕੀਤਾ। ਸੋ ਜਸ ਉਚਾਰਤ ਜਹ ਕਹਿ ਗੁਰ ਕੋ। ਜਿੱਥੇ ਕਿਥੇ ਨਹੀਂ ਉਹ ਰਾਜੇ ਸੱਚੇ ਪਾਤਸ਼ਾਹ ਜੀ ਦੀ ਤਾਰੀਫ ਹੀ ਕਰਦੇ ਆ, ਮਹਾਰਾਜ ਦਾ ਜਸ ਹੀ ਕਰਦੇ ਆ। ਕਹਿੰਦੇ ਭਾਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਨਵੀਂ ਜ਼ਿੰਦਗੀ ਬਖਸ਼ਿਸ਼ ਕੀਤੀ ਹੈ। ਹਾਂਜੀ। ਚੱਲੇ ਆਏ ਸਭ ਦਿੱਲੀ ਪੁਰ ਕੋ। ਜਿੱਥੇ ਕਿਥੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਹੋ ਰਿਹਾ ਤੇ ਸਾਧ ਸੰਗਤ ਜੀ ਦਿੱਲੀ ਵੱਲ ਨੂੰ ਸਾਰੇ ਆ ਰਹੇ ਹਨ। ਸ਼੍ਰੀ ਹਰਗੋਬਿੰਦ ਮਾਰਗ ਸਾਰੇ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੰਨਾ ਗਵਾਲੀਅਰ ਤੋਂ ਦਿੱਲੀ ਦਾ ਰਸਤਾ ਸੀ ਉਲੰਘਤ ਕੀਨਸ ਸ਼ੀਘਰ ਪਧਾਰੇ। ਉਹ ਸਾਰਾ ਛੇਤੀ ਤੈਅ ਕਰ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਆਏ ਟਿਕੇ ਮਜਨੂ ਅਸਥਾਨਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ।
ਮਜਨੂ ਦਾ ਟਿੱਲਾ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇੱਥੇ ਚਰਨ ਪਾਏ ਤੇ ਇੱਥੇ ਹੁਣ ਵੀ ਇੱਕ ਫਕੀਰ ਰਹਿੰਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਦਰਸ਼ਨ ਵੀ ਦਿੱਤੇ, ਉਹਨੂੰ ਗਿਆਨ ਵੀ ਬਖਸ਼ਿਸ਼ ਕੀਤਾ, ਉਹਨੂੰ ਅਵਸਥਾ ਵੀ ਬਖਸ਼ਿਸ਼ ਕੀਤੀ ਜੀ। ਹੁਣ ਮਹਾਰਾਜ ਮਜਨੂ ਦੇ ਟਿੱਲੇ ਹੀ ਵਾਪਸ ਆਏ ਨੇ ਜੀ। ਹਾਂਜੀ। ਖਾਂ ਵਜ਼ੀਰ ਢਿਗ ਸ਼ਾਹੋ ਪਿਆਨਾ। ਵਜ਼ੀਰ ਖਾਂ ਮਹਾਰਾਜ ਜੀ ਦੇ ਨਾਲ ਸੀ। ਵਜ਼ੀਰ ਖਾਂ ਬਾਦਸ਼ਾਹ ਜਹਾਂਗੀਰ ਦੇ ਕੋਲ ਚਲੇ ਗਿਆ। ਨਮਰ ਭਇਓ ਬਹੁ ਕਰੀ ਸਲਾਮ। ਜਾ ਕੇ ਉਹਨੇ ਸਲਾਮ ਕੀਤੀ ਜੀ ਬਾਦਸ਼ਾਹ ਨੂੰ। ਸੱਚੇ ਪਾਤਸ਼ਾਹ ਤੇ ਮਜਨੂ ਦੇ ਟਿੱਲੇ ਟਿਕ ਗਏ। ਵਜ਼ੀਰ ਖਾਂ ਬਾਦਸ਼ਾਹ ਕੋਲ ਪਹੁੰਚ ਗਿਆ। ਹਾਂਜੀ। ਬੋਲਿਓ ਹਜ਼ਰਤ ਲੈ ਇਸ ਨਾਮ। ਤੇ ਜਹਾਂਗੀਰ ਕਹਿੰਦਾ ਆ ਵਜ਼ੀਰ ਖਾਂ, ਤੈਨੂੰ ਹੀ ਮੈਂ ਉਡੀਕ ਰਿਹਾ ਸਾਂ। ਹਾਂਜੀ। ਕਰਤੇ ਰਹੇ ਪ੍ਰਤੀਖਨ ਤੇਰੀ। ਮੈਂ ਤੇਰਾ ਹੀ ਇੰਤਜ਼ਾਰ ਕਰ ਰਿਹਾ ਸਾਂ, ਕਹਿਣ ਲੱਗਾ। ਹਾਂਜੀ। ਮੁਖ ਪ੍ਰਸੰਨ ਦੀਖਤ ਇਸ ਬੇਰੀ। ਤੇ ਤੇਰੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ, ਕਹਿਣ ਲੱਗਾ। ਤੇ ਸੰਗਤ ਜੀ, ਬੰਦਾ ਖੁਸ਼ ਉਦੋਂ ਹੀ ਹੁੰਦਾ ਹੈ ਜਦੋਂ ਮਨ ਖੁਸ਼ ਹੋਵੇ, ਚਿਹਰਾ ਵੀ ਉਦੋਂ ਹੀ ਖੁਸ਼ ਹੁੰਦਾ। ਗੱਜ ਕੇ ਆਖੋ ਹਾਂਜੀ। ਗੁਰੂ ਸੰਗ ਆਇਓ ਕਹਿ ਨਾਹੀ। ਤੇ ਕਹਿੰਦਾ ਜੀ ਗੁਰੂ ਸਾਹਿਬ ਆਏ ਕਿ ਨਹੀਂ ਤੇਰੇ ਨਾਲ? ਕਿਉਂ ਡਰਦਾ ਸੀ ਨਾ ਉਹ। ਹਾਂਜੀ। ਅਬਿਲਾਖਤ ਬਹੁ ਚਿਤ ਕੇ ਮਾਹੀ। ਮੈਂ ਤੇ ਬੜੇ ਚਿਰ ਦਾ ਉਡੀਕ ਰਿਹਾ ਉਹਨਾਂ ਨੂੰ। ਹਾਂਜੀ। ਸੁਨ ਵਜ਼ੀਰ ਖਾਂ ਬਾਕ ਬਖਾਨਾ। ਵਜ਼ੀਰ ਖਾਂ ਸੁਣ ਕੇ ਜਹਾਂਗੀਰ ਨੂੰ ਕਹਿਣ ਲੱਗਾ, ਮਦਦ ਖੁਦਾਏ ਆਪ ਕੀ ਜਾਨਾ। ਆਖੋ ਵਾਹਿਗੁਰੂ। ਕਹਿੰਦਾ ਬਾਦਸ਼ਾਹ ਰੱਬ ਵੀ ਤੁਹਾਡੀ ਮਦਦ ਕਰ ਰਿਹਾ, ਕਹਿਣ ਲੱਗਾ। ਕਈ ਵਾਰੀ ਅਸੀਂ ਕਹਿੰਦੇ ਨਾ ਇਸ ਬੰਦੇ ਦੀ ਰੱਬ ਹੀ ਨਹੀਂ ਮਦਦ ਕਰ ਰਿਹਾ, ਤਾਈਓ ਇਹਦਾ ਕੰਮ ਨਹੀਂ ਬਣ ਰਿਹਾ। ਕਹਿੰਦਾ ਬਾਦਸ਼ਾਹ ਰੱਬ ਖੁਦਾ ਵੀ ਤੁਹਾਡੇ ਤੇ ਖੁਸ਼ ਹੈ। ਹਾਂਜੀ। ਹਾਸਲ ਹੋਏ ਮੁਰਾਦ ਤੁਹਾਰੀ। ਜੋ ਤੁਸੀਂ ਮੰਗਿਆ ਸੀ ਉਹ ਮਿਲ ਗਿਆ ਤੁਹਾਨੂੰ। ਹਾਂਜੀ। ਆਏ ਥਿਰੀ ਸਤਿਗੁਰ ਅਸਵਾਰੀ। ਸੱਚੇ ਪਾਤਸ਼ਾਹ ਅਸਵਾਰ ਹੋ ਕੇ ਘੋੜੇ ਤੇ ਆਪਣੀ ਥਾਂ ਤੇ ਪਹੁੰਚ ਗਏ ਹਨ, ਕਹਿਣ ਲੱਗਾ। ਮਜਨੂ ਕੇ ਇਸ ਥਾਨ ਸੁਹਾਏ। ਇਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਜਨੂ ਦੇ ਟਿੱਲੇ ਸੁਭਾਏਮਾਨ ਹਨ। ਸੁਧ ਦੈਬੇ ਹਿਤ ਮੋਹੇ ਪਠਾਏ। ਤੇ ਮੈਨੂੰ ਖਬਰ ਦੇਣ ਵਾਸਤੇ ਹੀ ਭੇਜਿਆ ਉਹਨਾਂ ਨੇ, ਤੁਹਾਡੇ ਕੋਲ ਵੀ ਅਸੀਂ ਪਹੁੰਚ ਗਏ ਆ। ਜਬ ਅਵਸਰ ਜੋ ਉਹ ਬੁਲਵਾਵਨ। ਹਾਂਜੀ। ਧਰ ਸ਼ਰਧਾ ਲਿਹੋ ਦਰਸ਼ਨ ਪਾਵਨ। ਹੁਣ ਮੌਕਾ ਵੇਖੋ, ਮੌਕਾ। ਵਜ਼ੀਰ ਖਾਂ ਬੜਾ ਵਧੀਆ ਬੰਦਾ ਜੀ, ਇਹਦਾ ਬੜਾ ਵਧੀਆ ਕਿਰਦਾਰ ਹੈ, ਵਧੀਆ ਸਲਾਹ ਦਿੰਦਾ ਹੈ ਜੀ। ਕਹਿੰਦਾ ਹੁਣ ਮੌਕਾ ਵੇਖੋ, ਵਧੀਆ ਜਿਹਾ ਸਮਾਂ ਵੇਖੋ ਤੇ ਗੁਰੂ ਜੀ ਦੇ ਮਹਿਲ ਵਿੱਚ ਚਰਨ ਪਵਾ ਕੇ ਤੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੋ, ਕਹਿਣ ਲੱਗਾ। ਹਾਂਜੀ। ਸੁਨਤ ਸ਼ਾਹ ਹਰ ਖਾਇਓ ਤੇ ਸਮੈ। ਬਾਦਸ਼ਾਹ ਸੁਣ ਕੇ ਖੁਸ਼ ਹੋ ਗਿਆ, ਕਿਉਂ ਉਹਨੂੰ ਪੱਕਾ ਯਕੀਨ ਨਹੀਂ ਵੀ ਹੁਣ ਸ਼ੇਰ ਨਹੀਂ ਮੈਨੂੰ ਖਾਣਗੇ। ਅੱਗੇ ਉਹਨੂੰ ਸੀਗਾ ਵੀ ਮੈਨੂੰ ਸ਼ੇਰਾਂ ਨੇ ਖਾ ਜਾਣਾ ਜੇ ਮਹਾਰਾਜ ਨਾ ਆਏ। ਹਾਂਜੀ। ਤਰ ਕੁਮਲਾਵਤ ਮਿਲ ਜਲ ਜਿਵੇਂ। ਤੇ ਜਿਵੇਂ ਕੁਮਲਾਏ ਹੋਏ ਰੁੱਖ ਨੂੰ ਪਾਣੀ ਨਹੀਂ ਮਿਲਦਾ ਤੇ ਉਹ ਸਹੀ ਹੋਣ ਲੱਗ ਪੈਂਦਾ ਜੀ। ਇਸੇ ਤਰ੍ਹਾਂ ਰਾਜਾ ਖੁਸ਼ ਹੋ ਗਿਆ। ਨਿਜ ਸਿਰ ਤੇ ਅਬ ਫਰਜ਼ ਉਤਾਰੋ। ਹੋਇ ਨਾ ਤਰਾਸ ਪਨਸਨਤਾ ਧਾਰੋ। ਕਹਿੰਦਾ ਹੁਣ ਮੈਂ ਆਪਣੇ ਸਿਰ ਤੋਂ ਕਰਜ਼ਾ ਲਾ ਦੇਣਾ, ਨਾਲੇ ਹੁਣ ਮੈਨੂੰ ਡਰਨ ਦੀ ਲੋੜ ਨਹੀਂ, ਕਹਿਣ ਲੱਗਾ। ਹੁਣ ਮੈਂ ਖੁਸ਼ ਰਵਾਂਗਾ। ਜਾਂ ਅੱਗੇ ਵੀ ਬੇਨਤੀ ਕੀਤੀ, ਰਾਤ ਨੀਂਦ ਨਾ ਆਵੇ ਬੰਦਾ ਦੁਖੀ ਜੀ, ਤੇ ਸਿੱਧਾ ਹੀ ਰਾਤ ਸ਼ੇਰ ਹੀ ਆ ਕੇ ਛਾਤੀ ਤੇ ਚੜ ਜਾਣ, ਫਿਰ ਤੇ ਤੁਹਾਨੂੰ ਪਤਾ ਹੀ ਹੈ ਕੀ ਬਣਦਾ ਜੀ। ਹਾਂਜੀ। ਕਹਿਤ ਭਾਏ ਇਹ ਅਵਸਰ ਆਛੋ। ਕਹਿਣ ਲੱਗਾ ਇਹੋ ਹੀ ਮੌਕਾ ਵਧੀਆ, ਕਹਿਣ ਲੱਗਾ ਇਹ ਜਿਹੜਾ ਮੌਕਾ ਇਹੋ ਹੀ ਵਧੀਆ ਹੈ। ਹਾਂਜੀ। ਆਏ ਦਰਸ ਗੁਰ ਦੇ ਉਰ ਬਾਂਛੋ। ਸੱਚੇ ਪਾਤਸ਼ਾਹ ਮਹਾਰਾਜ ਨੇ ਬੇਨਤੀ ਪ੍ਰਵਾਨ ਕੀਤੀ, ਜਿੱਥੇ ਦਿੱਲੀ ਆ ਗਏ ਹੈ ਹੁਣ ਹੁਣੇ ਹੀ ਮਹਿਲਾਂ ਵਿੱਚ ਸੱਦ ਲੈਣਾ ਮੈਂ ਮਹਾਰਾਜ ਨੂੰ। ਹਾਂਜੀ। ਕਰਹੁ ਬੰਦਗੀ ਅੰਨ ਹੋ ਜਾਏ। ਸਾਧੁਰ ਮਧਰੇ ਬਾਕ ਅਲਾਏ। ਕਹਿੰਦਾ ਵਜ਼ੀਰ ਖਾਂ ਹੁਣ ਇਹ ਵੀ ਕੰਮ ਕਰ ਦੇ। ਫਿਰ ਗੁਰੂ ਸਾਹਿਬ ਨੂੰ ਆਖ, ਮਿੱਠੇ ਮਿੱਠੇ ਬੋਲ ਬੋਲ ਕੇ ਇੱਥੇ ਸੱਦ ਤੇ ਮੈਂ ਮਹਾਰਾਜ ਦਾ ਬੜਾ ਸਤਿਕਾਰ ਕਰਨਾ। ਹੱਥ ਜੂ ਲੱਗ ਗਏ ਜੀ, ਗੱਜ ਕੇ ਆਖੋ ਵਾਹਿਗੁਰੂ। ਆਪਾਂ ਪੰਜਾਬੀ ਕਹਿੰਦੇ ਨਾ ਇਹਨੂੰ ਹੱਥ ਲੱਗ ਗਏ ਉਹਦੇ। ਤੇ ਜਦੋਂ ਹੱਥ ਲੱਗ ਜਾਂਦੇ ਫਿਰ ਬੰਦਾ ਸਿੱਧਾ ਹੋ ਜਾਂਦਾ ਜੀ। ਕਹਿੰਦਾ ਛੇਤੀ ਮਹਾਰਾਜ ਨੂੰ ਸੱਦ, ਸੱਚੇ ਪਾਤਸ਼ਾਹ ਜੀ ਨੂੰ।
ਸੁਨ ਵਜ਼ੀਰ ਖਾਂ ਗਮਨਿਓ ਐਸੀ। ਵਜ਼ੀਰ ਖਾਂ ਫਿਰ ਛੇਤੀ ਸਤਿਗੁਰਾਂ ਜੀ ਦੇ ਕੋਲ ਗਿਆ। ਛੁਟੈ ਸਬੇਗ ਤੁਨਖ ਸਰ ਜੈਸੇ। ਕਹਿੰਦੇ ਵਜ਼ੀਰ ਖਾਂ ਇਉਂ ਗਿਆ ਜਿਵੇਂ ਕਮਾਨ ਚੋਂ ਤੀਰ ਛੁੱਟਦਾ ਸੰਗਤ ਜੀ, ਉਸੇ ਵੇਲੇ ਜੀ। ਹਾਂਜੀ, ਆਗੇ ਸਤਿਗੁਰ ਭਏ ਸੁਚੇਤ। ਅੱਗੇ ਸੱਚੇ ਪਾਤਸ਼ਾਹ ਸੁਚੇਤ ਬੈਠੇ ਸੀਗੇ ਜੀ, ਸਾਵਧਾਨ ਬੈਠੇ ਸਨ ਜੀ। ਗੁਰ ਦਰੋਹੀ ਕੇ ਹਤਬੇ ਹੇਤ। ਕਿਉਂ? ਮਹਾਰਾਜ ਨੂੰ ਪਤਾ ਵੀ ਹੁਣ ਮੌਕਾ ਮਿਲ ਗਿਆ, ਹੁਣ ਅਗਲਾ ਕੰਮ ਚੰਦੂ ਨੂੰ ਹੀ ਮਾਰਨਾ ਹੈਗਾ ਜੀ। ਹਾਂਜੀ, ਨਮੋ ਕਰਤ ਨਿਜ ਅਰਜ਼ ਗੁਜ਼ਾਰੀ। ਸ਼ਾਹ ਬੰਦਗੀ ਹਰਖ ਉਚਾਰੀ। ਗੱਜ ਕੇ ਆਖੋ। ਮੱਥਾ ਟੇਕਿਆ ਵਜ਼ੀਰ ਖਾਨ ਨੇ ਤੇ ਬਾਦਸ਼ਾਹ ਦੀ ਬੇਨਤੀ ਦੱਸੀ। ਸੱਚ ਪੁੱਛੋ ਨਾ, ਅੱਜ ਪੰਥ ਦੇ ਵਿੱਚ ਵਜ਼ੀਰ ਖਾਂ ਵਰਗੇ ਬੰਦਿਆਂ ਦੀ ਲੋੜ ਹੈਗੀ ਹੈ ਜੀ। ਵਜ਼ੀਰ ਖਾਂ ਵਰਗੇ ਬੰਦਿਆਂ ਦੀ ਲੋੜ ਹੈਗੀ। ਵਜ਼ੀਰ ਖਾਂ ਨੇ ਸਿੱਧੀਆਂ ਹੀ ਗੱਲਾਂ ਬਾਦਸ਼ਾਹ ਨੂੰ ਦੱਸੀਆਂ ਸੀ ਕਿ ਤੂੰ ਗਲਤ ਹੈਗਾ, ਤੂੰ ਗਲਤ ਹੈ ਬਾਦਸ਼ਾਹ, ਗੁਰੂ ਹਰਗੋਬਿੰਦ ਸਾਹਿਬ ਸੱਚੇ ਹਨ। ਵਜ਼ੀਰ ਖਾਂ ਵਰਗੇ ਬੰਦਿਆਂ ਦੀ ਬਹੁਤ ਲੋੜ ਹੈਗੀ ਜੀ ਅੱਜ ਜੀ। ਵਜ਼ੀਰ ਖਾਂ ਨੇ ਮੱਥਾ ਟੇਕ ਕੇ ਬਾਦਸ਼ਾਹ ਦੀ ਬੇਨਤੀ ਸਤਿਗੁਰੂ ਜੀ ਨੂੰ ਸੁਣਾਈ ਜੀ। ਸੁਨ ਰਾਵਰ ਕੋ ਅਗਵਨੂ। ਹੋਏ ਪ੍ਰਸੰਨ ਅਤਸ਼ੈ ਰਿਪਦਵਨੂ। ਵੇਖ ਲਓ ਫਿਰ ਗੱਲ ਕਰਨ ਦਾ ਤਰੀਕਾ ਨਾ। ਕਹਿੰਦਾ ਮਹਾਰਾਜ ਤੁਹਾਡਾ ਦਿੱਲੀ ਪਹੁੰਚਣਾ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ। ਮਹਾਰਾਜ ਬਾਦਸ਼ਾਹ ਬਹੁਤ ਪ੍ਰਸੰਨ ਹੋਇਆ ਇਹ ਗੱਲ ਸੁਣ ਕੇ। ਅਬ ਚਾਹਤ ਦਰਸ਼ਨ ਕਰ ਪ੍ਰੇਮ। ਤੇ ਹੁਣ ਉਹ ਪ੍ਰੇਮ ਨਾਲ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ। ਜਾਨੀ ਅਧਿਕ ਆਪਨੀ ਸ਼ੇਮ। ਉਹਨੂੰ ਪਤਾ ਲੱਗ ਗਿਆ ਵੀ ਮੇਰੀ ਕੁਸ਼ਲਤਾ, ਮੇਰੀ ਕਲਿਆਣ ਜਿਹੜੀ ਹੈ ਉਹ ਤੁਹਾਡੇ ਦਰਸ਼ਨਾਂ ਵਿੱਚ ਹੈਗੀ ਹੈ। ਮਿਹਰਵਾਨਗੀ ਕਰ ਗੁਰ ਆਵੇ। ਜਾਨ ਅਵਗਿਆ ਨਹੀਂ ਰਿਸਾਵੇ। ਤੇ ਬਾਦਸ਼ਾਹ ਬੇਨਤੀ ਕਰ ਰਿਹਾ ਵੀ ਗੁਰੂ ਜੀ ਮਿਹਰਬਾਨੀ ਕਰਕੇ ਛੇਤੀ ਆਓ, ਮਿਹਰਬਾਨੀ ਕਰਕੇ, ਔਰ ਮੇਰੀ ਅਵਗਿਆ ਜਿਹੜੀ ਮੇਰੇ ਕੋਲੋਂ ਹੋ ਗਈ ਹੈ ਉਹ ਮਾਫ ਕਰ ਦਿਓ। ਹਾਂਜੀ, ਸ੍ਰੀ ਗੁਰੂ ਸੁਨਤ ਬਸਤਰ ਕੋ ਧਾਰੇ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਫਿਰ ਬਸਤਰ ਪਾਏ ਜੀ ਦੁਬਾਰਾ ਜੀ, ਚੋਲਾ ਬਦਲਿਆ ਮਹਾਰਾਜ ਨੇ। ਗਰਮ ਹੈ ਜਾਮਾ ਪਹਿਰ ਸਵਾਰੀ। ਵਾਹ ਜੀ ਵਾਹ, ਗਲੇ ਵਿੱਚ ਐ ਸੋਹਣਾ ਜਾਮਾ ਚੋਲਾ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤਾ। ਅਤ ਸੁੰਦਰ ਚੀਰਾ ਸਿਰ ਸ਼ੋਭਾ। ਬਹੁਤ ਸੋਹਣੀ ਦਸਤਾਰ ਸਤਿਗੁਰੂ ਜੀ ਨੇ ਆਪਣੇ ਸੀਸ ਉੱਤੇ ਸਜਾ ਲਈ। ਉਪਰ ਜਿਗਾ ਪਿਖਤ ਮਨ ਲੋਭਾ। ਉੱਤੇ ਸੋਹਣੀ ਜਿਗਾ ਲਵਾਈ ਜੀ, ਜਿਹਨੂੰ ਵੇਖ ਕੇ ਮਨ ਮੋਹਿਆ ਜਾਂਦਾ ਹੈ ਜੀ। ਹਾਂਜੀ, ਜ਼ੇਵਰ ਜ਼ਬਰ ਜ਼ਵਾਹਰ ਜਰੇ। ਬਹੁਤ ਕੀਮਤੀ ਕੀਮਤੀ ਆਭੂਸ਼ਣ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲ ਵਿੱਚ ਸਜਾਏ ਜੀ। ਅੰਗ ਅੰਗ ਪ੍ਰਤ ਸ਼ੋਭਾ ਧਰੇ। ਕਹਿੰਦੇ ਇੱਕ ਇੱਕ ਅੰਗ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦਾ ਬੜੀ ਸ਼ੋਭਾ ਪਾ ਰਿਹਾ ਹੈ ਜੀ। ਹਾਂਜੀ, ਗਹਿ ਦਕੂਲ ਕਟ ਕੋ ਕਸ ਕਰਕੇ। ਹਾਂਜੀ, ਹਾਏ ਆਰੂੜ ਬਾਗ ਕਰ ਧਰ ਕੇ। ਕਮਰ ਕੱਸਾ ਸੱਚੇ ਪਾਤਸ਼ਾਹ ਜੀ ਨੇ ਲਾਇਆ ਤੇ ਕਮਰ ਕੱਸਾ ਕਰਕੇ ਮੇਰੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਬੈਠ ਗਏ ਤੇ ਲਗਾਮ ਹੱਥ ਵਿੱਚ ਫੜ ਲਈ ਜੀ। ਹਾਂਜੀ, ਖਾਂ ਵਜ਼ੀਰ ਚੱਲ ਪਰਿਓ ਅਗਾਰੀ। ਵਜ਼ੀਰ ਖਾਂ ਅੱਗੇ ਅੱਗੇ ਸਤਿਗੁਰਾਂ ਦੇ ਜਾ ਰਿਹਾ। ਹਾਂਜੀ, ਸਿੱਖ ਕੁਸ਼ ਸੰਗ ਗੁਰੂ ਅਸਵਾਰੀ। ਕੁਝ ਸਿੱਖ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ, ਮਹਾਰਾਜ ਜੀ ਦੀ ਅਸਵਾਰੀ ਦੇ ਨਾਲ ਨਾਲ ਤੁਰ ਰਹੇ ਹਨ। ਨਗਰ ਪ੍ਰਵੇਸ਼ੇ ਚਪਲ ਤੁਰੰਗ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਦਿੱਲੀ ਨਗਰ ਵਿੱਚ ਪ੍ਰਵੇਸ਼ ਕੀਤੇ ਜੀ। ਭਾਈ ਸੰਤੋਖ ਸਿੰਘ ਲਿਖਦੇ ਆ ਜਿਹੜਾ ਸਤਿਗੁਰਾਂ ਦਾ ਘੋੜਾ ਹੈ ਉਹ ਬੜਾ ਚਪਲ ਹੈ ਜੀ। ਚਪਲ ਦਾ ਭਾਵ ਹੈ ਬਹੁਤ ਵਧੀਆ ਹੈ, ਚੰਚਲ ਹੈ। ਹਾਂਜੀ, ਬਲ ਸੋ ਚਲਤ ਸ਼ੁਭਤ ਦੁੱਤ ਅੰਗ। ਬੜਾ ਬਲ ਲਾਉਣਾ ਪੈਂਦਾ ਹੁੰਦਾ ਸੀ ਘੋੜੇ ਨੂੰ। ਉਹਦਾ ਕਾਰਨ ਪਤਾ ਕੀ ਹੈ? ਗੱਜ ਕੇ ਆਖੋ ਵਾਹਿਗੁਰੂ। ਉਹਦਾ ਕਾਰਨ ਇਹ ਹੈ ਕਿ ਘੋੜਾ ਜਿਹੜਾ ਸੀ ਨਾ ਜੀ ਉਹ ਬਲ ਵਾਲਾ ਇਸ ਕਰਕੇ ਮਹਾਰਾਜ ਵਰਤਦੇ ਸੀਗੇ ਕਿਉਂਕਿ ਸਤਿਗੁਰਾਂ ਦਾ ਕੱਦ ਕਾਠ ਉੱਚਾ ਤੇ ਸਰੀਰ ਭਾਰਾ ਸੀਗਾ ਜੀ। 2 ਘੰਟੇ ਵੀ ਇੱਕ ਘੋੜਾ ਨਹੀਂ ਸੀ ਕੱਢਦਾ ਹੁੰਦਾ ਜੀ, ਘੋੜਾ ਬਦਲਣਾ ਪੈਂਦਾ ਸੀਗਾ ਜੀ।
ਬੜੇ ਬਲ ਵਾਲਾ ਘੋੜਾ ਸਤਿਗੁਰਾਂ ਨੇ ਨਾਲ ਲਿਆ ਜੀ। ਹਾਂਜੀ, ਫੁਰਕਤ ਕਬ ਫਾਂਦਤ ਲਗੂ ਚਾਲ। ਤੇ ਘੋੜਾ ਜਿਹੜਾ ਕਦੀ ਫੁੰਕਾਰੇ ਮਾਰਦਾ, ਕਦੀ ਛਾਲਾਂ ਮਾਰਦਾ, ਕਦੀ ਮੋਟੀ ਚਾਲ ਕਰਦਾ, ਕਦੀ ਪਤਲੀ ਚਾਲ ਕਰਦਾ। ਰੋਕਤ ਸਤਿਗੁਰ ਧੀਰਜ ਨਾਲ। ਵਿੱਚ ਵਿੱਚ ਮਹਾਰਾਜ ਰੋਕ ਵੀ ਲੈਂਦੇ ਆ। ਦਿੱਲੀ ਦੀਆਂ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਸੱਚੇ ਪਾਤਸ਼ਾਹ ਜਾ ਰਹੇ ਹਨ। ਲੋਕ ਬਿਲੋਕਤ ਸਫਲ ਬਿਲੋਚਨ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਪ੍ਰੇਮੀਆਂ ਦੀਆਂ ਅੱਖਾਂ ਸਫਲੀਆਂ ਹੋ ਰਹੀਆਂ ਨੇ। ਸੰਗਤ ਜੀ, ਇੱਕ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ। ਅੱਖਾਂ ਸਫਲੀਆਂ ਹੋਈਆਂ ਸਾਡੀਆਂ ਜੀ, ਅੱਖਾਂ ਦਾ ਭਲਾ ਹੋ ਗਿਆ। ਹੱਥ ਵੀ ਜੋੜ ਲਓ ਤੇ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜਾ ਭਲਾ ਹੁੰਦਾ ਜੇ ਨੇਤਰਾਂ ਦਾ, ਇੰਨਾ ਜ਼ਿਆਦਾ ਭਲਾ ਹੁੰਦਾ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ ਕਿੰਨਾ ਭਲਾ ਹੁੰਦਾ ਜੀ। ਸੱਚੇ ਪਾਤਸ਼ਾਹ ਘੋੜੇ ਤੇ ਬੈਠੇ, ਸ਼ਸਤਰ ਬਸਤਰ ਸਜਾਏ ਜਾ ਰਹੇ ਹਨ। ਸੰਗਤਾਂ ਦਰਸ਼ਨ ਕਰ ਰਹੀਆਂ ਨੇ, ਨੇਤਰ ਸਫਲੇ ਹੋ ਰਹੇ ਨੇ। ਮੋਚਤ ਚਿਤ ਤੇ ਗੁਰਦਿਸ਼ ਸੋਚਨ। ਤੇ ਫਿਰ ਕਹਿੰਦੇ ਆ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਦੇ ਹਨ। ਦਰਸ਼ਨ ਕਰਦੇ ਹੀ ਰਹਿ ਜਾਂਦੇ ਹੈ, ਸਭ ਫਿਕਰਾਂ ਦੂਰ ਹੋ ਜਾਂਦੀਆਂ ਜੀ। ਹਾਂਜੀ, ਸੁਨ ਸੁਨ ਧਾਏ ਕਰਤ ਹੈ ਬੰਧਨ। ਸੁਣ ਸੁਣ ਕੇ ਜਿਨ੍ਹਾਂ ਨੂੰ ਪਤਾ ਲੱਗਦਾ ਨਾ ਮਹਾਰਾਜ ਆ ਰਹੇ ਆ ਦਿੱਲੀ ਸ਼ਹਿਰ 'ਚ, ਭੱਜੇ ਹੀ ਆਉਂਦੇ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜੀ। ਅਵਲੋਕਤ ਨਾਰ ਕਸ਼ਟ ਨਿਕੰਦਨ। ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ ਕਰਨ ਲਈ ਸੰਗਤਾਂ ਭੱਜੀਆਂ ਹੀ ਆ ਰਹੀਆਂ ਹਨ। ਸਭ ਸਿੱਖਨ ਮਨ ਭਈ ਵਧਾਈ। ਆਖੋ ਵਾਹਿਗੁਰੂ। ਚਲੋ, ਜਦੋਂ ਅੰਮ੍ਰਿਤਸਰ ਆਏ ਉਦੋਂ ਤੇ ਸਿੱਖਾਂ ਨੇ ਵਧਾਈਆਂ ਦਿੱਤੀਆਂ ਹੀ, ਦੀਵਾਲੀ ਮਨਾ ਲਈ, ਦੇਸੀ ਘਿਓ ਦੇ ਦੀਵੇ ਜਗਾ ਲਏ। ਪਰ ਪਿਆਰਿਓ, ਉਸ ਸਮੇਂ ਦਿੱਲੀ ਦੀਆਂ ਸੰਗਤਾਂ ਨੇ ਵਧਾਈਆਂ ਦਿੱਤੀਆਂ ਜੀ। ਕਹਿੰਦੇ ਵਧਾਈ ਹੋਵੇ, ਸੱਚੇ ਪਾਤਸ਼ਾਹ ਗਰੀਬ ਨਵਾਜ ਵਾਪਸ ਆਏ ਹਨ, ਨਾਲੇ ਰਾਜਿਆਂ ਨੂੰ ਆਜ਼ਾਦ ਕਰਾ ਕੇ ਆਏ ਆ। ਹਾਂਜੀ, ਕੈਦਿਨ ਦੁਰਗ ਮਹਾ ਦੁਖਦਾਈ। ਕਹਿੰਦੇ ਉਹ ਜਿਹੜਾ ਕਿਲਾ ਸੀ ਉਹ ਤੇ ਹੈ ਹੀ ਬੜਾ ਦੁਖਦਾਈ ਹੈ। ਗਵਾਲੀਅਰ ਦੇ ਕਿਲੇ ਦੇ ਤਾਂ ਨਾਮ ਹੀ ਬੜਾ ਭੈੜਾ, ਕਹਿੰਦੇ ਦੁਖਦਾਈ ਕਿਲਾ। ਹਾਂਜੀ, ਜਾਸ ਪ੍ਰਵੇਸ਼ਨ ਤਿਸ ਥਲ ਹੋਏ। ਜਿਹੜਾ ਇੱਕ ਵਾਰ ਗਵਾਲੀਅਰ ਦੇ ਕਿਲੇ ਵਿੱਚ ਪ੍ਰਵੇਸ਼ ਹੋ ਜਾਂਦਾ ਹੈ, ਨਿਕਸਨ ਕੀ ਪੁਨ ਆਸ ਨਾ ਕੋਈ। ਉਹਦੇ ਬਾਹਰ ਨਿਕਲਣ ਦੀ ਆਸ ਹੀ ਨਹੀਂ ਹੁੰਦੀ ਵੀ ਕਦੀ ਬਾਹਰ ਆਏਗਾ। ਇਹ ਦਿੱਲੀ ਦੀਆਂ ਸੰਗਤਾਂ ਗੱਲਾਂ ਕਰ ਰਹੀਆਂ, ਬਚਨ ਕਰ ਰਹੀਆਂ ਜੀ। ਬਿਖਮ ਦੁਰਗ ਤੇ ਨਿਕਸੇ ਨਾਥ। ਤੇ ਕਹਿੰਦੇ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਆਪ ਤੇ ਬਾਹਰ ਆਏ ਹੀ ਨੇ। ਹਾਂਜੀ, ਲਏ 52 ਕੈਦੀ ਸਾਥ। ਤੇ ਜਿਹੜੇ 52 ਰਾਜੇ ਬਾਦਸ਼ਾਹ ਨੇ ਕੈਦ ਕਰਕੇ ਰੱਖੇ ਉਹ ਵੀ ਨਾਲ ਹੀ ਲੈ ਆਏ ਨੇ। ਜਿਸ ਕਿਲੇ ਚੋਂ ਨਿਕਲਣ ਦੀ ਆਸ ਹੀ ਨਹੀਂ, ਉਸ ਕਿਲੇ ਚੋਂ ਆਪ ਵੀ ਆਏ ਤੇ ਦੂਜਿਆਂ ਨੂੰ ਵੀ ਲੈ ਆਏ ਨੇ। ਹਾਂਜੀ, ਤੁਮ ਬਿਨ ਕੌਣ ਕਰੇ ਅਜ ਕਾਜ। ਰਾਖਿਓ ਬਿਰਧ ਗਰੀਬ ਨਿਵਾਜ। ਤੇ ਦਿੱਲੀ ਦੀਆਂ ਸੰਗਤਾਂ ਰਸਤੇ 'ਚ ਖਲੋਤੀਆਂ ਮਹਾਰਾਜ ਦੇ ਦਰਸ਼ਨ ਕਰਦੀਆਂ ਕਹਿ ਰਹੀਆਂ, ਮਹਾਰਾਜ ਤੁਹਾਡੇ ਤੋਂ ਬਗੈਰ ਇਹੋ ਜਿਹਾ ਕੰਮ ਹੋਰ ਕੌਣ ਕਰ ਸਕਦਾ ਹੈ। ਇਸੇ ਕਰਕੇ ਤੇ ਤੁਹਾਨੂੰ ਗਰੀਬ ਨਵਾਜ ਕਹਿੰਦੇ ਹਨ। ਮਰਨ ਉਪਰੰਤ ਕੈਦ ਜਿਨ ਕੇਰੀ। ਮਰਨ ਪਰਯੰਤ ਕੈਦ ਜਿਨ ਕੇਰੀ, ਮਰਨ ਤੱਕ ਜਿਨ੍ਹਾਂ ਦੀ ਕੈਦ ਸੀ। ਮੁੱਚ ਹੈ ਨਾ ਧਨ ਬਲ ਤੇ ਕਿਸ ਬੇਰੀ। ਨਾ ਤੇ ਰਿਸ਼ਵਤ ਦੇ ਕੇ ਉਹ ਰਾਜੇ ਛੁੱਟ ਸਕਦੇ ਸੀ, ਨਾ ਕਿਸੇ ਤਰੀਕੇ ਨਾਲ ਛੁੱਟ ਸਕਦੇ ਸੀਗੇ। ਤਿੰਨ ਪਰ ਕਿਰਪਾ ਧਾਰ ਲੈ ਆਏ। ਤੇ ਮਹਾਰਾਜ ਕਿਰਪਾ ਕਰਕੇ ਉਹਨਾਂ ਨੂੰ ਵੀ ਨਾਲ ਲੈ ਕੇ ਆਏ ਆ। ਹਾਂਜੀ, ਸਭ ਕੇ ਪਗ ਬੰਧਨ ਕਟਵਾਏ। ਸਾਰਿਆਂ ਦੇ ਪੈਰਾਂ ਦੀਆਂ ਬੇੜੀਆਂ ਸੱਚੇ ਪਾਤਸ਼ਾਹ ਤੁਸਾਂ ਕਟਵਾ ਦਿੱਤੀਆਂ। ਜਗ ਮੈਂ ਬੜੋ ਸੁਜਸ ਇਹ ਲੀਨਾ। ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਵਿੱਚ ਵੱਡਾ ਜਸ ਤੁਸਾਂ ਪ੍ਰਾਪਤ ਕੀਤਾ ਹੈ। ਗਈ ਬਹੌੜ ਬੰਦੀ ਛੋੜ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਵੀ ਸੰਗਤ ਜੀ ਬਾਬਰ ਦੀ ਕੈਦ ਵਿੱਚੋਂ ਕੈਦੀਆਂ ਨੂੰ ਆਜ਼ਾਦ ਕਰਵਾਇਆ ਸੀਗਾ ਜੀ। ਉਹ ਕੰਮ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਜੀ।
ਹਾਂਜੀ। ਵੱਡ ਉਪਕਾਰ ਨਿਰਪਨ ਪਰ ਕੀਨਾ। ਮਹਾਰਾਜ ਤੁਸੀਂ ਤੇ ਰਾਜਿਆਂ ਤੇ ਬਹੁਤਾ ਹੀ ਵੱਡਾ ਉਪਕਾਰ ਕੀਤਾ ਸੱਚੇ ਪਾਤਸ਼ਾਹ। ਨਗਰ ਬਿਖੈ ਕੀਰਤ ਬਹੁਥਾਨ। ਤੇ ਨਗਰ ਵਿੱਚ, ਦਿੱਲੀ ਵਿੱਚ ਥਾਂ ਥਾਂ ਤੇ ਮਹਾਰਾਜ ਆਪ ਜੀ ਦਾ ਹੀ ਜਸ ਹੋ ਰਿਹਾ। ਸੰਗਤਾਂ ਕਹਿੰਦੀਆਂ ਧੰਨ ਨੇ ਗੁਰੂ ਹਰਗੋਬਿੰਦ ਸਾਹਿਬ। ਤੇ ਸੰਗਤ ਜੀ ਤੁਸੀਂ ਵੀ ਕਸਰ ਨਾ ਛੱਡਿਓ, ਗੱਜ ਕੇ ਕਹਿ ਦਿਓ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਤਿਗੁਰ ਸੁਨਤ ਜਾਤ ਨਿਜ ਕਾਨ। ਸੱਚੇ ਪਾਤਸ਼ਾਹ ਆਪਣੇ ਕੰਨਾਂ ਤੋਂ ਇਹ ਗੱਲਾਂ ਸੁਣਦੇ ਹੋਏ ਜਾ ਰਹੇ ਨੇ ਜੀ। ਭਏ ਦੁਰਗ ਕੇ ਪੌਰ ਪ੍ਰਵਿਸ਼ੇ। ਤੇ ਬਾਦਸ਼ਾਹ ਦਾ ਜਿੱਥੇ ਕਿਲਾ ਸੀ ਉਥੇ ਦਰਵਾਜ਼ੇ ਦੇ ਅੱਗੇ ਮਹਾਰਾਜ ਦਰਵਾਜ਼ੇ ਲਾਗੇ ਪਹੁੰਚ ਗਏ ਸੱਚੇ ਪਾਤਸ਼ਾਹ। ਬ੍ਰਿੰਦ ਸੁਭਟ ਆਯੁਧ ਧਰ ਬੈਸੀ। ਉਥੇ ਪਹਿਲਾਂ ਹੀ ਬਹੁਤ ਸਾਰੇ ਸ਼ਸਤਰਧਾਰੀ ਯੋਧੇ ਸੂਰਮੇ ਖਲੋਤੇ ਸਨ। ਕਹਿਓ ਵਜ਼ੀਰ ਖਾਨ ਸਭ ਸਾਥ। ਵਜ਼ੀਰ ਖਾਨ ਸਾਰਿਆਂ ਨੂੰ ਕਹਿਣ ਲੱਗਾ, ਹਾਂਜੀ, ਖਰੇ ਹੋਏ ਸਨਮਾਨ ਹੋ ਨਾਥ। ਉਹ ਬੈਠੇ ਸੀ ਵਾਹਿਗੁਰੂ ਤੇ ਵਜ਼ੀਰ ਖਾਨ ਕਹਿੰਦਾ ਉੱਠ ਕੇ ਖਲੋਵੋ ਭਾਈ, ਮੱਥਾ ਟੇਕੋ ਗੁਰੂ ਹਰਗੋਬਿੰਦ ਸਾਹਿਬ ਅੱਗੇ। ਹਾਂਜੀ। ਪਾਤਸ਼ਾਹ ਕੇ ਪ੍ਰਾਨਨ ਦਾਨੀ। ਤੁਹਾਨੂੰ ਪਤਾ ਇਹ ਕੌਣ ਹੈ? ਇਹ ਉਹ ਨੇ ਜਿਨ੍ਹਾਂ ਕਰਕੇ ਬਾਦਸ਼ਾਹ ਜਹਾਂਗੀਰ ਦੀ ਜਾਨ ਬਚੀ ਹੈ। ਕਹਿਣ ਲੱਗੇ ਇਹ ਉਹ ਨੇ। ਹੁਣ ਵੇਖੋ ਸੰਗਤ ਜੀ, ਚੰਦੂ ਨੇ ਤੇ ਕੰਮ ਆਪਣੇ ਵੱਲੋਂ ਉਲਟਾ ਕੀਤਾ ਸੀਗਾ। ਝੂਠਾ ਹੀ ਬਾਦਸ਼ਾਹ ਨੂੰ ਕਹਿਤਾ ਵੀ ਤੇਰੇ ਤੇ ਸਾੜ ਸਤੀ ਆਈ ਹੈ, ਕਹਾਤਾ। ਉਸ ਸਾੜ ਸਤੀ ਤੋਂ ਬਚਣ ਵਾਸਤੇ ਸਤਿਗੁਰੂ ਜੀ ਨੂੰ ਕਿਲੇ 'ਚ ਭੇਜਤਾ। ਹਾਂਜੀ। ਤੇ ਸੱਚੇ ਪਾਤਸ਼ਾਹ ਤੇ ਵਾਪਸ ਆਏ ਤੇ ਗੁਰੂ ਸਾਹਿਬ ਨੂੰ ਉਲਟਾ ਹੋਰ ਜ਼ਿਆਦਾ ਸੋਭਾ ਮਿਲਣ ਲੱਗ ਪਈ ਜੀ। ਉਂਝ ਤੇ ਇੰਨੀ ਸੋਭਾ ਨਹੀਂ ਸੀ ਬਾਦਸ਼ਾਹ ਕਰ ਰਿਹਾ, ਹੁਣ ਹੋਰ ਜ਼ਿਆਦਾ ਸੋਭਾ ਬਾਦਸ਼ਾਹ ਕਰਨ ਲੱਗ ਪਿਆ ਜੀ। ਵਜ਼ੀਰ ਖਾਂ ਗੱਜ ਕੇ ਕਹਿਣ ਲੱਗਾ, ਕਹਿੰਦਾ ਇਹ ਉਹ ਨੇ ਜਿਨ੍ਹਾਂ ਦੇ ਕਰਕੇ ਬਾਦਸ਼ਾਹ ਬਚਿਆ ਜੇ, ਮੱਥਾ ਟੇਕੋ ਭਾਈ। ਹਾਂਜੀ। ਇਨ ਤੇ ਆਛੋ ਅਪਰ ਨਾ ਜਾਨੀ। ਬਾਦਸ਼ਾਹ ਵਾਸਤੇ ਇਹਨਾਂ ਤੋਂ ਵਧੀਆ ਹੋਰ ਕੋਈ ਨਹੀਂ ਚਾਹੇਗਾ। ਹਾਂਜੀ। ਸੁਨ ਸਗਰੇ ਹੋਏ ਖਰੇ ਅਗਾਰੀ। ਉਸੇ ਵੇਲੇ ਹੀ ਸਭ ਜਿਹੜੇ ਸ਼ਸਤਰਧਾਰੀ ਸੂਰਮੇ ਸਨ ਸਾਰੇ ਸਤਿਗੁਰਾਂ ਦੇ ਸਾਹਮਣੇ ਖਲੋ ਗਏ। ਕਰੀ ਸਲਾਮ ਨਮਰਤਾ ਧਾਰੀ। ਤੇ ਵੱਡੇ ਵੱਡੇ ਸ਼ਸਤਰਧਾਰੀ ਯੋਧੇ ਸੂਰਮੇ ਖਲੋ ਖਲੋ ਕੇ ਸਤਿਗੁਰਾਂ ਨੂੰ ਸਲਾਮਾਂ ਕਰਨ ਲੱਗੇ ਜੀ। ਉਹ ਇੰਝ ਕਰਕੇ ਸਲਾਮ ਕਰਦੇ ਜੀ ਉਹਨਾਂ ਦੇ ਵਿੱਚ ਦੀ, ਇਸ ਤਰ੍ਹਾਂ ਕਰਕੇ ਜੀ। ਮਹਾਰਾਜ ਘੋੜੇ ਤੇ ਬੈਠੇ, ਉਹ ਇਸ ਤਰ੍ਹਾਂ ਸਲਾਮ ਕਰਨ ਮਹਾਰਾਜ ਨੂੰ ਜੀ। ਤਹਿ ਤੇ ਗਏ ਬਹੁਰ ਗੁਰ ਆਗੇ। ਉਥੋਂ ਸੱਚੇ ਪਾਤਸ਼ਾਹ ਅੱਗੇ ਗਏ ਜੀ। ਹਾਂਜੀ। ਜਹਾਂ ਸ਼ਾਹੋ ਜੁਤ ਨਰ ਵੱਡ ਭਾਗੇ। ਜਿੱਥੇ ਬਾਦਸ਼ਾਹ ਆਪਣੇ ਨਾਲ ਦੇ ਸਾਥੀਆਂ ਸਮੇਤ ਬੈਠਾ ਸੀ। ਹਾਏ ਤੇ ਉੱਤਰ ਚਰਨ ਸੋਂ ਚਾਲੇ। ਸੱਚੇ ਪਾਤਸ਼ਾਹ ਘੋੜੇ ਤੋਂ ਉਤਰ ਗਏ ਜੀ। ਘੋੜੇ ਤੋਂ ਉਤਰ ਕੇ ਮਹਾਰਾਜ ਚਰਨਾਂ ਨਾਲ ਤੁਰਨ ਲੱਗ ਪਏ। ਜਹਾਂ ਕਚਹਿਰੀ ਥਾਨ ਵਿਸਾਲੇ। ਬਹੁਤ ਵੱਡੀ ਕਚਹਿਰੀ ਲੱਗਦੀ ਹੁੰਦੀ ਸੀਗੀ ਜੀ, ਜਿੱਥੇ ਬਾਦਸ਼ਾਹ ਬੈਠਦਾ ਸੀ। ਚਾਮੀ ਕਰਤੇ ਚਿਤਰਤ ਘਰ ਹੈ, ਕਾਨਨ ਮਿਰਗ ਲਿਖੇ ਪਰ ਧਰ ਹੈ। ਤੇ ਸਾਧ ਸੰਗਤ ਜੀ, ਬੜੇ ਚਾਮੀਕਾਰ ਕਹਿੰਦੇ ਬੜੇ ਬੜੇ ਸੋਨੇ ਦੇ ਉੱਥੇ ਚਿੱਤਰਕਾਰੀ ਹੋਈ ਆ, ਬੜੀ ਸੋਹਣੀ ਵਿਛਾਈ ਹੋਈ ਹੈ। ਗਇਓ ਵਜ਼ੀਰ ਖਾਨ। ਗਇਓ ਵਜ਼ੀਰ ਖਾਨ ਸੁਧ ਦੀਨ। ਵਜ਼ੀਰ ਖਾਨ ਗਿਆ। ਵਜ਼ੀਰ ਖਾਨ ਨੇ ਬਾਦਸ਼ਾਹ ਨੂੰ ਦੱਸਿਆ, ਬਾਦਸ਼ਾਹ ਵਧਾਈ ਹੋਵੇ, ਸੱਚੇ ਪਾਤਸ਼ਾਹ ਮਹਾਰਾਜ ਆ ਗਏ ਨੇ। ਹਾਂਜੀ। ਆਏ ਸ਼੍ਰੀ ਸਤਿਗੁਰ ਪ੍ਰਬੀਨ। ਪੂਰਨ ਸੱਚੇ ਪਾਤਸ਼ਾਹ ਮਹਾਰਾਜ ਪਹੁੰਚ ਗਏ ਹਨ, ਆ ਗਏ ਹਨ, ਬਸ ਆ ਹੀ ਰਹੇ ਆ, ਮਹਾਰਾਜ ਤੁਰ ਪਏ ਹਨ। ਸੁਣ ਚੰਦਨ ਚੌਂਕੀ ਡਸਵਾਈ। ਤੇ ਸੁਣ ਕੇ ਨਾ ਬਾਦਸ਼ਾਹ ਨੇ ਚੰਦਨ ਦੀ ਚੌਂਕੀ ਢਵਾਈ ਜੀ ਫਿਰ ਮਹਾਰਾਜ ਵਾਸਤੇ ਜੀ, ਚੰਦਨ ਦੀ ਜੀ। ਹਾਂਜੀ। ਉੱਪਰ ਸੁਜਨੀ ਸੇਤ ਸੁਹਾਈ। ਸੋਹਣੀ ਵੱਡੀ ਚੌਂਕੀ ਢਵਾ ਕੇ ਉੱਤੇ ਚਿੱਟੀ ਵਿਛਾਈ ਕਰਵਾਈ ਜੀ। ਹਾਂਜੀ। ਜੁਗ ਉਮਰਾਵ ਸੋ ਆਏ ਅਗਾਊ। ਦੋ ਹਾਕਮ ਅੱਗੇ ਭੇਜੇ ਮਹਾਰਾਜ ਨੂੰ ਲੈਣ ਵਾਸਤੇ ਵੀ ਸਤਿਗੁਰੂ ਜੀ ਨੂੰ ਲੈ ਕੇ ਆਓ। ਬੰਦਤ ਲੈ ਪਹੁੰਚੇ ਤਿਸ ਥਾਊ। ਉਹ ਦੋ ਹਾਕਮ ਗਏ, ਉਹਨਾਂ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਜੀ।
ਅੱਗੇ ਅੱਗੇ ਤੁਰ ਰਹੇ ਮਹਾਰਾਜ ਵਿੱਚ ਘਰ ਤੇ ਪਿੱਛੇ ਗੁਰੂ ਜੀ ਦੇ ਸਿੱਖ ਨੇ ਜੀ। ਸੱਚੇ ਪਾਤਸ਼ਾਹ ਉਸ ਥਾਂ ਤੇ ਆਏ ਜੀ। ਰੁਚਿ ਰਾਸਨ ਪਰ ਬੈਠੇ ਜਾਏ, ਹਾਂਜੀ। ਬੰਦਨ ਕਰੀ ਸ਼ਾਹ ਹਰ ਖਾਏ। ਆਖੋ ਵਾਹਿਗੁਰੂ। ਸਭ ਤੋਂ ਉੱਚਾ ਤੇ ਸੋਹਣਾ ਆਸਣ ਸਤਿਗੁਰੂ ਜੀ ਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਬੈਠ ਗਏ ਤੇ ਚੰਦੂ ਨਹੀਂ ਆਇਆ ਸਭਾ ਵਿੱਚ ਜੀ। ਉਹਨੂੰ ਪਤਾ ਹੀ ਵੀ ਕੰਮ ਖਰਾਬ ਹੋ ਗਿਆ ਹੁਣ। ਹਾਂਜੀ, ਸੱਚੇ ਪਾਤਸ਼ਾਹ ਬੈਠ ਗਏ ਤੇ ਬੰਦਨ ਕਰੀ ਸ਼ਾਹੋ ਹਰ ਖਾਏ। ਸਾਰਿਆਂ ਦੇ ਸਾਹਮਣੇ ਭਰੇ ਦਰਬਾਰ ਦੇ ਵਿੱਚ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ ਜੀ। ਖੁਸ਼ੀ ਨਾਲ ਟੇਕਦਾ ਹੈ ਜੀ। ਹੋਤੇ ਜਿਤਕ ਨਰ ਮਹਾ ਧਮਾਮੂ। ਜਿੰਨੇ ਵੀ ਉੱਥੇ ਲੋਕ ਸਨ ਜੀ, ਜਿੰਨੇ ਵੀ ਲੋਕ ਸਨ ਜੀ, ਹਿਤ ਆਦਰ ਸਭ ਕੀਨ ਸਲਾਮੂ। ਸਾਰਿਆਂ ਦੇ ਸਤਿਗੁਰੂ ਜੀ ਨੂੰ ਸਲਾਮ ਕੀਤਾ ਜੀ। ਸਲਾਮ ਦਾ ਮੈਂ ਤੁਹਾਨੂੰ ਅੱਗੇ ਵੀ ਤਰੀਕਾ ਦੱਸਿਆ ਜੀ। ਹਾਂਜੀ, ਇਸ ਤਰ੍ਹਾਂ ਬਾਂਹ ਕਰਕੇ ਇੰਝ ਕਰਦੇ ਸੱਚੇ ਪਾਤਸ਼ਾਹ ਜੀ ਨੂੰ ਸਲਾਮ ਕਰ ਰਹੇ ਨੇ ਜੀ। ਦੋਹਰਾ ਕਰੀ ਸਲਾਮ ਤਮਾਮ ਨਰ ਭਇਓ ਬਹੁਤ ਸਨਮਾਨ। ਸਾਰਿਆਂ ਨੇ ਸੱਚੇ ਪਾਤਸ਼ਾਹ ਨੂੰ ਸਲਾਮ ਕੀਤੀ, ਬੜਾ ਸਨਮਾਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀ। ਅਸਲ ਵਿੱਚ ਜਦੋਂ ਹੱਥ ਲੱਗ ਹੀ ਜਾਣ ਨਾ ਫੇਰ ਹੀ ਅਕਲ ਆਉਂਦੀ ਹੈ। ਗੱਜ ਕੇ ਆਖੋ ਵਾਹ। ਅੱਗੇ ਥੋੜਾ ਜਿਹਾ ਰੱਖਦਾ ਹੀ ਬਾਦਸ਼ਾਹਾਂ ਵਾਲੀ ਗੱਲ, ਹੁਣ ਸਿੱਧਾ ਹੋ ਕੇ ਤੁਰਿਆ ਜੇ ਜਹਾਂਗੀਰ। ਹਾਂਜੀ, ਹਾਥ ਜੋਰ ਹਜ਼ਰਤ ਪਨੈ ਦੀਏ ਪ੍ਰਾਨ ਤੁਮ ਦਾਨ। ਤੇ ਹੱਥ ਜੋੜ ਕੇ ਸੰਗਤ ਦੀ ਹੱਥ ਜੋੜ ਕੇ ਬਾਦਸ਼ਾਹ ਸਾਰਿਆਂ ਵਿੱਚ ਕਹਿੰਦਾ, ਮਹਾਰਾਜ ਜੇ ਮੈਂ ਜ਼ਿੰਦਗੀ ਜੀ ਰਿਹਾ ਤੇ ਤੁਹਾਡੀ ਦਿੱਤੀ ਜੀ ਰਿਹਾ ਕਹਿਣ ਲੱਗਾ। ਤੁਸੀਂ ਮੇਰੀ ਜਾਨ ਬਚਾਈ ਹੈ। ਹਾਂਜੀ, ਚੌਪਈ ਮਮ ਹਿਤ ਦੁਰਗ ਬਿਖੇ ਸੋ ਪ੍ਰਵੇਸ਼ੇ। ਮੇਰੇ ਵਾਸਤੇ ਤੁਸੀਂ ਕਿਲੇ ਵਿੱਚ ਗਏ ਸੱਚੇ ਪਾਤਸ਼ਾਹ। ਕਰਿਓ ਜਾਪ ਤਹਿ ਪ੍ਰੇਮ ਅਭਿਸ਼ੇਖੇ। ਤੇ ਇਹਨੂੰ ਇਹ ਭੁਲੇਖਾ ਵੀ ਮੇਰੇ ਵਾਸਤੇ ਮਾਰਾ ਜਾਪ ਕਰਦੇ ਸੀਗੇ ਜੀ। ਸੱਚੇ ਪਾਤਸ਼ਾਹ ਤੇ ਭਜਨ ਕਰਦੇ ਪਰਮੇਸ਼ਰ ਦਾ ਜੀ। ਹਾਂਜੀ, ਹਮ ਤੇ ਸਭ ਅਜੋਗਤਾ ਭਈ। ਪਰ ਕਹਿੰਦਾ ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਇੱਕ। ਤਉ ਆਪਨੇ ਕਰੁਣਾ ਕਰੀ। ਫਿਰ ਵੀ ਸੱਚੇ ਪਾਤਸ਼ਾਹ ਤੁਸੀਂ ਮਿਹਰ ਹੀ ਕੀਤੀ ਮੇਰੇ ਤੇ। ਇਹ ਗੱਲ ਸੱਚੀ ਹੈ ਪਿਆਰਿਓ, ਇਹਨੂੰ ਬਿਲਕੁਲ ਸੱਚ ਲਿਓ। ਤੁਸੀਂ ਇਮਾਨਦਾਰੀ ਨਾਲ ਆਪਾਂ ਸਾਰੇ ਵਿਚਾਰ ਕਰੀਏ, ਸਾਡੇ ਕੋਲੋਂ ਕਿੰਨੀਆਂ ਭੁੱਲਾਂ ਹੁੰਦੀਆਂ ਨੇ ਜੀ। ਬੜੀਆਂ ਭੁੱਲਾਂ ਕਰਦੇ ਆ, ਪਰ ਗੁਰੂ ਸਾਹਿਬ ਸਾਨੂੰ ਫਿਰ ਬਖਸ਼ ਲੈਂਦੇ ਨੇ ਜੀ। ਬਖਸ਼ ਲੈਂਦੇ ਆ ਜੀ। ਉਹ ਜਹਾਂਗੀਰ ਕਹਿ ਰਿਹਾ, ਕਹਿੰਦਾ ਮਹਾਰਾਜ ਮੈਂ ਬੜੀਆਂ ਹੀ ਭੁੱਲਾਂ ਕੀਤੀਆਂ, ਪਰ ਤੁਸੀਂ ਮਹਾਰਾਜ ਬਖਸ਼ ਲੈਂਦੇ ਸੱਚੇ ਪਾਤਸ਼ਾਹ। ਹਾਂਜੀ, ਨਿਸਮਹਿ ਤਰਾਸਤ ਜਬ ਮੈਂ ਹੋਵੋ। ਸੱਚੇ ਪਾਤਸ਼ਾਹ ਰਾਤ ਨੂੰ ਜਦੋਂ ਸ਼ੇਰ ਆਉਂਦੇ ਸੀ ਤੇ ਮੈਂ ਡਰਦਾ ਹੁੰਦਾ ਸਾਂ। ਦੋਏ ਦਿਸ਼ ਦਾਰੁਨ ਸ਼ੇਰਨ ਜੋਵੋ। ਜਦੋਂ ਮੈਂ ਦੋਵਾਂ ਪਾਸਿਆਂ ਤੋਂ ਕਿਹੜੀ ਸ਼ੇਰ ਕਦੀ ਬੱਬਰ ਸ਼ੇਰ ਵੇਖਦਾ ਸਾਂ, ਤਬ ਮੈਂ ਸਿਮਰਨ ਕਰੂੰ ਤੁਮਾਰਾ। ਤੇ ਫਿਰ ਮਹਾਰਾਜ ਮੈਂ ਤੁਹਾਨੂੰ ਹੀ ਯਾਦ ਕਰਦਾ ਹੁੰਦਾ ਸਾਂ ਜੀ। ਅਸਲ 'ਚ ਇਹ ਸਮਝਦਾ ਵੀ ਉਹ ਜਿਹੜੇ ਸ਼ੇਰ ਆਏ ਇਹ ਸਾੜ ਸਤੀ ਸੀਗੀ ਜੀ। ਹਾਂਜੀ, ਹਾਜ਼ਰ ਆਨ ਦੇਹੋ ਦੀਦਾਰਾ। ਤੇ ਮਹਾਰਾਜ ਤੁਸੀਂ ਤੁਰੰਤ ਹੀ ਆ ਕੇ ਦਰਸ਼ਨ ਦੇ ਕੇ ਮਮ ਹਿਤ ਜਾਪ ਕਰਤ ਹੈ ਬੈਸੀ। ਤੇ ਉਹਨਾਂ ਸ਼ੇਰਾਂ ਨੂੰ ਭਜਾ ਦਿੰਦੇ ਸੀਗੇ। ਮੇਰੇ ਵਾਸਤੇ ਤੁਸੀਂ ਇੰਨਾ ਸਮਾਂ ਮਹਾਰਾਜ ਉਸ ਕਿਲੇ ਵਿੱਚ ਬੈਠੇ। ਤਿੰਨ ਪ੍ਰਤਾਪ ਤੇ ਦੁੱਖ ਨਹਿ ਕੈਸੀ। ਤੇ ਮਹਾਰਾਜ ਤੁਹਾਡੀ ਕਿਰਪਾ ਨਾਲ ਮੈਨੂੰ ਦੁੱਖ ਕਿਵੇਂ ਹੋ ਸਕਦਾ ਸੀ। ਕੱਢ ਕੇ ਆਖੋ ਵਾਹਿਗੁਰੂ। ਮੇਰੇ ਵਾਸਤੇ ਤੁਸੀਂ ਜਾਪ ਕੀਤਾ, ਉਹ ਸਮਝਦਾ ਸੀ ਨਾ ਜੀ। ਹਾਂਜੀ, ਇਮ ਮਮ ਜਾਨ ਧਰੋ ਮੈਂ ਧੀਰ। ਰਛਕ ਆਪ ਹੋਏ ਗੁਰ ਪੀਰ। ਹਾਂਜੀ, ਸ਼੍ਰੀ ਹਰਗੋਬਿੰਦ ਸੁਨ ਕਰ ਕਹਿਓ। ਹੁਣ ਆਖੋ ਸਾਰੇ ਮਹਾਰਾਜ ਬਚਨ ਕਰਨ ਲੱਗੇ ਆ। ਹੋਵੋ ਸਾਵਧਾਨ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਫਿਰ ਬਚਨ ਕੀਤਾ ਜੀ। ਗੁਰ ਘਰ ਮਹਿ ਨਿਸ਼ਚਾ ਜਨ ਲਹਿਓ। ਮਹਾਰਾਜ ਕਹਿੰਦੇ ਬਾਦਸ਼ਾਹ ਜਿੰਨੇ ਵੀ ਜਿਸ ਕਿਸੇ ਨੇ ਵੀ ਗੁਰੂ ਘਰ ਵਿੱਚ ਨਿਸ਼ਚਾ ਧਾਰਨ ਕੀਤਾ, ਸ਼ਰਧਾ ਧਾਰੀ, ਪ੍ਰੇਮ ਧਾਰਿਆ,
ਹਾਂਜੀ। ਸ਼ਰਦਾ ਧਰਹਿ ਸ਼ਰਨ ਕੋ ਆਏ, ਤੇ ਸ਼ਰਧਾ ਧਾਰ ਕੇ ਸ਼ਰਨ 'ਚ ਆ ਜਾਵੇ। ਸ਼੍ਰੀ ਨਾਨਕ ਹੋਇ ਕਿਉ ਨਾ ਸਹਾਏ, ਗੁਰੂ ਨਾਨਕ ਸਾਹਿਬ ਉਹਦੀ ਕਿਉਂ ਨਹੀਂ ਰਾਖੀ ਕਰਨਗੇ, ਕਹਿਣ ਲੱਗੇ। ਹੁਣ ਵੇਖੋ ਨਾ ਜੀ, ਇਹਦੀ ਵੀ ਕੀਤੀ ਰਾਖੀ ਜੀ, ਬਾਦਸ਼ਾਹ ਦੀ ਵੀ ਰਾਖੀ ਕੀਤੀ, ਤੇ ਰਾਜੇ ਸ਼ਰਨ 'ਚ ਆਏ ਤੇ ਰਾਜਿਆਂ ਦੀ ਵੀ ਕਰ ਦਿੱਤੀ ਜੀ। ਹਾਂਜੀ। ਸਤਿਗੁਰ ਘਰ ਸੋ ਮੇਲ ਜੋ ਆਹੈ, ਬੜੇ ਤੁਮਾਰੇ ਰਾਖਤ ਰਹੇ। ਮਹਾਰਾਜ ਕਹਿਣ ਲੱਗੇ, ਗੁਰੂ ਘਰ ਨਾਲ ਜਿਹੜਾ ਮੇਲ ਹੈ ਨਾ, ਇਹ ਤੁਹਾਡੇ ਵੱਡੇ ਵਡੇਰੇ ਹੀ ਰੱਖਦੇ ਆਏ ਹੈ। ਹਾਂਜੀ। ਕਰ ਪ੍ਰਸੰਨ ਬਰ ਲੇਤ ਭਲੇਰੇ, ਗੁਰ ਬਰ ਤੇ ਸੁਖ ਲਹੇ ਕਨੇਰੇ। ਉਹ ਗੁਰੂ ਘਰੋਂ ਵੱਡੇ ਵੱਡੇ ਫਲ ਪ੍ਰਾਪਤ ਕਰਦੇ ਰਹੇ ਹੈ, ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਤੁਹਾਡੇ ਵੱਡੇ ਵਡੇਰਿਆਂ ਨੇ। ਸੋ ਹੁਣ ਮਹਾਰਾਜ ਅੱਗੋਂ ਬੜੇ ਬੜੇ ਕੀਮਤੀ ਬਚਨ ਕਰਨਗੇ, ਉਹ ਕੱਲ ਦੇ ਪ੍ਰਸੰਗ ਵਿੱਚ ਆਪਾਂ ਸਰਵਣ ਕਰਾਂਗੇ। ਅੱਜ ਸੰਗਤ ਜੀ, ਸਾਰਾ ਸਿੱਖ ਜਗਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਮਨਾ ਰਿਹਾ ਹੈ ਜੀ। ਬਟਾਲੇ ਦੀ ਧਰਤੀ ਤੇ ਸਤਿਗੁਰੂ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ ਜੀ। ਸਾਰੇ ਪੰਥ 'ਚ ਇਹਨਾਂ ਦੋ ਸਤਿਗੁਰਾਂ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰੂ ਕੇ ਲਾਹੌਰ ਤੇ ਗੁਰੂ ਨਾਨਕ ਸਾਹਿਬ ਜੀ ਦਾ ਕੰਧ ਸਾਹਿਬ ਬਟਾਲੇ ਜੀ। ਮੂਲ ਚੰਦ ਜੀ ਦੀ ਧੀ ਜਗਤ ਮਾਤਾ ਤੰਦ ਮਾਤਾ ਸੁਲੱਖਣੀ ਜੀ। ਪਿਆਰਿਓ, ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਬੰਦਗੀ ਸੀ, ਕਿੰਨੇ ਕੁ ਜਨਮਾਂ ਦੀ ਖੁਦ ਨਿਰੰਕਾਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਜਿਨ੍ਹਾਂ ਦਾ ਪ੍ਰਤੱਖ ਰੂਪ ਵਿੱਚ ਵਿਆਹ ਹੋਇਆ ਜੀ। ਪ੍ਰਤੱਖ ਰੂਪ ਵਿੱਚ ਵਿਆਹ ਹੋਇਆ ਜੀ। ਚਲੋ ਸੁਰਤ ਕਰਕੇ ਅੰਤਰਾਤਮੇ ਮੇਲੇ ਦੇ ਵਿਆਹ ਜਿਹੜੇ ਹੈ, ਉਹਦੇ ਬਾਰੇ ਗੁਰੂ ਰਾਮਦਾਸ ਜੀ ਨੇ ਬਾਣੀ ਲਿਖੀ ਹੈ। ਪਰ ਮਾਤਾ ਸੁਲੱਖਣੀ ਜੀ ਦਾ ਪ੍ਰਤੱਖ ਗੁਰੂ ਨਾਨਕ ਸਾਹਿਬ ਜੀ ਨਾਲ ਵਿਆਹ ਹੋਇਆ ਜੀ। ਖੁਦ ਨਿਰੰਕਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ। ਔਰ ਰਸਤੇ ਵਿੱਚ ਬੜਾ ਕੁਝ ਮਹਾਰਾਜ ਨੇ ਕੀਤਾ ਜੀ। ਸੁਲਤਾਨਪੁਰ ਲੋਧੀ ਤੋਂ ਸਤਿਗੁਰੂ ਜੀ ਬਰਾਤ ਲੈ ਕੇ ਤੁਰਦੇ ਹੈ। ਜਿਸ ਦਿਨ ਸਗਾਈ ਹੋਈ ਹੈ, ਬੇਬੇ ਨਾਨਕੀ ਜੀ ਦੇ ਘਰੋਂ ਭਾਈਆ ਜੈ ਰਾਮ ਜੀ ਗਏ, ਉਹਨਾਂ ਦੇ ਪਿਤਾ ਪਰਸ਼ਰਾਮ ਜੀ ਗਏ, ਤੇ ਪਿਤਾ ਜੀ ਗਏ ਮਹਿਤਾ ਕਾਲੂ ਜੀ, ਤੇ ਬਾਬਾ ਭਾਈ ਮਰਦਾਨਾ ਜੀ ਗਏ ਜੀ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ ਮਰਦਾਨਾ ਜੀ, ਕਹਿੰਦੇ ਮਹਾਰਾਜ ਵਧਾਈ ਹੋਵੇ ਤੁਹਾਨੂੰ, ਤੁਹਾਡਾ ਰਿਸ਼ਤਾ ਕਰਕੇ ਆਏ ਹਾਂ। ਜਿਸ ਦਿਨ ਰਿਸ਼ਤਾ ਕੀਤਾ, ਮਹਾਰਾਜ ਵਧਾਈ ਹੋਵੇ, ਰਿਸ਼ਤਾ ਕਰਕੇ ਆਏ ਹਾਂ। ਤੇ ਅੱਜ ਆਪਾਂ ਕਹਿੰਦੇ ਨਾ ਪਾਰਟੀ ਦਿਓ, ਆਪਣਾ ਸ਼ਬਦ ਹੈ ਪਾਰਟੀ ਦਿਓ ਜੀ। ਉਦੋਂ ਸ਼ਬਦ ਵਰਤਿਆ ਜਾਂਦਾ ਸੀ ਵਧਾਈ ਛਕਾਓ। ਭਾਈ ਮਰਦਾਨਾ ਜੀ ਸਤਿਗੁਰੂ ਨੂੰ ਕਹਿਣ ਲੱਗੇ, ਮਹਾਰਾਜ ਵਧਾਈ ਛਕਾਓ, ਸੱਚੇ ਪਾਤਸ਼ਾਹ ਵਧਾਈ ਛਕਾਓ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਕਿਹਾ, ਮਰਦਾਨਿਆਂ ਮੰਗ ਕੀ ਮੰਗਣਾ ਈ। ਕਿਉਂ? ਮਹਾਰਾਜ ਨੂੰ ਵੀ ਪਤਾ ਵੀ ਸੁਲੱਖਣੀ ਜੀ ਦੀ ਕਈ ਜਨਮਾਂ ਦੀ ਭਗਤੀ ਹੈ। ਕਹਿੰਦੇ ਮੰਗ ਕੀ ਮੰਗਣਾ ਈ। ਤੇ ਫਿਰ ਭਾਈ ਮਰਦਾਨਾ ਜੀ ਦੀ ਕਿਸਮਤ ਚੰਗੀ, ਭਾਈ ਮਰਦਾਨਾ ਜੀ ਹੱਥ ਜੋੜ ਕੇ ਕਹਿੰਦੇ, ਪਾਤਸ਼ਾਹ ਗਰੀਬ ਜਿਹਾ ਬੰਦਾ ਹਾਂ, ਮਹਾਰਾਜ ਮੇਰਾ ਕੀ ਪਤਾ, ਮੈਂ ਮੰਗਾਂਗਾ 50-100 ਰੁਪਏ ਮੰਗ ਲਵਾਂਗਾ, ਕੱਪੜੇ ਮੰਗ ਲਵਾਂਗਾ। ਮਹਾਰਾਜ ਤੁਸੀਂ ਖੁਸ਼ ਹੋਏ ਹੋ, ਜੇ ਕੁਝ ਦੇਣਾ ਹੈ ਤੇ ਸੱਚੇ ਪਾਤਸ਼ਾਹ ਆਪਣੀ ਖੁਸ਼ੀ ਨਾਲ ਕੁਝ ਦਿਓ। ਤੇ ਸਾਧ ਸੰਗਤ, ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਕਰ ਝੋਲੀ। ਭਾਈ ਮਰਦਾਨਾ ਜੀ ਨੇ ਝੋਲੀ ਕੀਤੀ। ਮਹਾਰਾਜ ਕਹਿੰਦੇ ਮਰਦਾਨਿਆਂ ਜਾ, ਤੇਰੀ ਝੋਲੀ 'ਚ ਕੀਰਤਨ ਦੀ ਦਾਤ ਪਾਈ। ਕਹਿੰਦੇ ਵੱਡੀ ਬਖਸ਼ਿਸ਼ ਭਾਈ ਮਰਦਾਨਾ ਜੀ ਤੇ ਕੀਤੀ ਜੀ। ਸਮਾਂ ਆਇਆ, ਵਿਆਹ ਦਾ ਦਿਨ ਨੇੜੇ ਆਇਆ ਜੀ। ਮਹਾਰਾਜ ਬਰਾਤ ਲੈ ਕੇ ਗਏ ਜੀ। ਬਰਾਤ ਦੀ ਕਥਾ ਹੋਈ ਸੀਗੀ ਬਕਾਇਦਾ, ਨਾਨਕ ਪ੍ਰਕਾਸ਼ ਗ੍ਰੰਥ ਦੀ ਜਦੋਂ ਕਥਾ ਹੋਈ ਹੈ, ਬਰਾਤ ਦੀ ਕਥਾ ਹੋਈ ਸੀ ਵੀ ਕੌਣ ਕੌਣ ਬਰਾਤ 'ਚ ਗਿਆ, ਕਿਵੇਂ ਕਿਵੇਂ ਬਰਾਤ 'ਚ ਗਿਆ ਜੀ। ਸੁਲਤਾਨਪੁਰ ਲੋਧੀ ਤੋਂ ਦਰਿਆ ਪਾਰ ਕਰਨਾ ਸੀਗਾ ਜੀ। ਤੇ
ਘੋੜੇ ਵਗੈਰਾ ਸਾਰਾ ਕੁਝ ਫਿਰ ਦਰਿਆ ਪਾਰ ਕਰਾਉਂਦੇ ਸਨ। ਮਹਾਰਾਜ ਨਾਵ 'ਚ ਬੈਠੇ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਤੇ ਉਹ ਬੇੜੀ ਵਾਲੇ ਨੇ ਨੂੰ ਸ਼ਗਨ ਦੇਣ ਲੱਗੇ, ਪੈਸੇ ਦੇਣ ਲੱਗੇ। ਤੇ ਬੇੜੀ ਵਾਲੇ ਨੇ ਆਖਿਆ ਮੈਨੂੰ ਪੈਸੇ ਨਹੀਂ ਚਾਹੀਦੇ, ਮੈਨੂੰ ਦੂਲੇ ਦੇ ਦਰਸ਼ਨ ਕਰਾ ਦਿਓ। ਦੂਲਾ ਸ਼ਬਦ ਆਮ ਹੀ ਚੱਲਦਾ ਸੀਗਾ, ਕਿਉਂ ਮੁਸਲਮਾਨ ਵੀ ਵਿੱਚ ਹੀ ਹੁੰਦੇ ਸਨ ਨਾ ਜੀ। ਉਹ ਕਹਿੰਦਾ ਮੈਨੂੰ ਦੂਲੇ ਦੇ ਲਾੜੇ ਦੇ ਦਰਸ਼ਨ ਕਰਾ ਦਿਓ। ਮਹਾਰਾਜ ਨੇ ਉਹਨੂੰ ਦਰਸ਼ਨ ਦਿੱਤੇ। ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਖੁਦ ਨਿਰੰਕਾਰ ਦੇ ਦਰਸ਼ਨ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ, ਆਮ ਨਹੀਂ। ਮਹਾਰਾਜ ਨੇ ਖੇਡ ਕੀਤੀ ਹੈ, ਖੁਦ ਨਿਰੰਕਾਰ ਦੇ ਦਰਸ਼ਨ ਨੇ। ਪਿਆਰਿਓ ਦਰਸ਼ਨ ਕਰਕੇ ਉਹ ਨਿਹਾਲ ਹੋ ਗਿਆ ਜੀ। ਪਤਾ ਨਹੀਂ ਉਹਨੂੰ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਮਿਲੀਆਂ ਜੀ। ਮਹਾਰਾਜ ਮਾਇਆ ਦਿੰਦੇ, ਉਹ ਮਾਇਆ ਨਹੀਂ ਲੈਂਦਾ। ਉਹ ਕਹਿੰਦਾ ਮੈਨੂੰ ਸਭ ਕੁਝ ਮਿਲ ਗਿਆ। ਬਰਾਤ ਪਹੁੰਚੀ ਹੈ ਅਜਿੱਤੇ ਰੰਧਾਵੇ ਦੇ ਖੂਹ ਦੇ ਲਾਗੇ, ਇੱਕ ਪਾਸੇ ਬਰਾਤ ਰੁਕੀ ਪਹਿਲਾਂ, ਉਪਰੰਤ ਸੁਨੇਹਾ ਪਹੁੰਚਿਆ। ਮੂਲ ਚੰਦ ਜੀ ਨੇ ਪੂਰਾ ਪ੍ਰਬੰਧ ਕੀਤਾ। ਉਸ ਸਮੇਂ ਦੀ ਜਿਹੜੀ ਯਾਦਗਾਰ ਹੈ ਉਹ ਅੱਜ ਵੀ ਹੈ ਸੰਸਾਰ ਦੇ ਵਿੱਚ। 550 ਸਾਲ ਹੋ ਗਏ ਮਹਾਰਾਜ ਦੇ ਆਗਮਨ ਨੂੰ, ਤੇ ਲਗਭਗ ਨਹੀਂ 20 ਕੁ ਸਾਲਾਂ ਦੀ ਉਮਰ ਤੋਂ ਪਹਿਲਾਂ ਪਹਿਲਾਂ ਜਿਹੜਾ ਸੀ ਉਸ ਸਮੇਂ ਵਿਆਹ ਹੋ ਜਾਂਦਾ ਸੀਗਾ ਜੀ। ਤੇ ਲਗਭਗ ਨਹੀਂ ਤੇ 530 ਸਾਲ ਪੁਰਾਣੀ ਘਟਨਾ ਲਾ ਲਈਏ। ਤੇ ਸੱਚੇ ਪਾਤਸ਼ਾਹ ਜੀ ਨੂੰ ਮਜ਼ਾਕ ਵੀ ਕੀਤਾ। ਉੱਥੋਂ ਦੀਆਂ ਮਾਤਾ ਸੁਲੱਖਣੀ ਜੀ ਦੀਆਂ ਭੈਣਾਂ ਨਾਲ ਬਚਪਨ ਦੀਆਂ ਸਹੇਲੀਆਂ ਨੇ ਕੱਚੀ ਕੰਧ ਦੇ ਹੇਠਾਂ ਬਿਠਾ ਦਿੱਤਾ ਜੀ। ਕੱਚੀ ਕੰਧ ਦੇ ਹੇਠਾਂ ਜੀ। ਬਹੁਤ ਕੁਝ ਪੰਜਾਬ 'ਚ ਚੱਲਦਾ ਸੀ ਤੇ ਹੁਣ ਵੀ ਬੜਾ ਕੁਝ ਚੱਲਦਾ ਜੀ। ਪਰ ਹੁਣ ਗੁਰਮਤਿ ਨੇ ਇਹਨਾਂ ਗੱਲਾਂ ਤੋਂ ਦੂਰ ਕਰਕੇ ਆਖਿਆ ਵੀ ਭਾਈ ਸਭ ਤੋਂ ਉੱਤੇ ਬਾਣੀ ਹੈ, ਬਾਣੀ ਪੜ੍ਹੋ, ਆਨੰਦ ਕਾਰਜ ਕਰੋ। ਕੱਚੀ ਕੰਧ ਦੇ ਹੇਠਾਂ ਬਿਠਾਇਆ। ਉੱਥੋਂ ਇੱਕ ਮਾਈ ਬੋਲੀ, ਕਹਿਣ ਲੱਗੀ ਵੇ ਲਾੜਿਆ ਉੱਠ ਜਾ ਇੱਥੋਂ, ਇਹ ਕੰਧ ਕੱਚੀ ਹੈ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਹੇਠਾਂ ਡਿੱਗ ਜਾਣੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਨਹੀਂ, ਇਹ ਕੰਧ ਹੁਣ ਕੱਚੀ ਨਹੀਂ ਹੈ, ਇਹ ਕੰਧ ਹੁਣ ਡਿੱਗੇਗੀ ਨਹੀਂ, ਜੁਗਾਂ ਜੁਗਾਂ ਤੱਕ ਇਹ ਕੰਧ ਰਹੇਗੀ। ਕਹਿਣ ਲੱਗੇ ਉਹ ਬਖਸ਼ਿਸ਼ ਕਰ ਦਿੱਤੀ ਜੀ। ਮੈਂ ਕਹਿੰਦਾ ਵੇਖੋ ਕਮਾਲ ਦੀ ਗੱਲ, ਕੰਧ ਵੀ ਸਾਹਿਬ ਹੋ ਗਈ ਜੀ। ਸਾਹਿਬ ਜੀ ਦੇ ਦਰਸ਼ਨ ਕਰ ਲਏ ਨਾ ਕੰਧ ਨੇ, ਤੇ ਕੰਧ ਸਾਹਿਬ ਹੋ ਗਈ। ਤੇ ਕੰਧ ਦੇ ਨਾਂ ਤੇ ਗੁਰਦੁਆਰਾ ਬਣ ਗਿਆ ਵੀ ਗੁਰਦੁਆਰਾ ਕੰਧ ਸਾਹਿਬ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹ ਕੰਧ ਵੀ ਜਿਹੜੀ ਸੀ ਉਹ ਜੁਗਾਂ ਜੁਗਾਂ ਲਈ ਅਟੱਲ ਕਰ ਦਿੱਤੀ ਜੀ। ਉੱਥੇ ਬਾਬਾ ਜੀ ਦਾ ਇੱਕ ਪਾਸੇ ਘਰ ਵੀ ਹੈ ਸਾਧ ਸੰਗਤ ਜੀ, ਬਾਬਾ ਮੂਲ ਚੰਦ ਜੀ ਦਾ, ਉਹਨਾਂ ਦਾ ਘਰ ਹੈ। ਉਹ ਅਸਥਾਨ ਬਣਿਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਫੇਰੇ ਹੋਏ ਸਨ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਗੁਰੂ ਨਾਨਕ ਸਾਹਿਬ ਨੇ ਗ੍ਰਸਤ ਧਰਮ ਜਿਹੜਾ ਉਹਨੂੰ ਪ੍ਰਫੁੱਲਤ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਿਆਂ ਤੇ ਬਖਸ਼ਿਸ਼ਾਂ ਕੀਤੀਆਂ। ਬਹੁਤ ਕੁਝ ਹੋਇਆ ਜਦੋਂ ਨਿਰੰਕਾਰ ਖੁਦ ਸਰੀਰ ਧਾਰ ਕੇ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਦੋਂ ਨਿਰੰਕਾਰ ਗੁਰੂ ਨਾਨਕ ਸਾਹਿਬ ਖੁਦ ਸਰੀਰ ਧਾਰ ਕੇ ਪਿਆਰਿਓ ਵਿਚਰੇ ਹੈ। ਸਾਰੀਆਂ ਗੱਲਾਂ ਲਿਖਣ 'ਚ ਨਹੀਂ ਆਉਂਦੀਆਂ, ਸਾਰੀਆਂ ਗੱਲਾਂ ਸੁਣਾਉਣ 'ਚ ਨਹੀਂ ਆਉਂਦੀਆਂ, ਪਰ ਪਤਾ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦੌਰਾਨ ਵੀ ਕਿੰਨਿਆਂ ਕੁ ਦੇ ਉੱਤੇ ਰਹਿਮਤਾਂ ਕੀਤੀਆਂ ਹੋਣਗੀਆਂ। ਵਿਆਹ ਵਿੱਚ ਹੀ ਕਿੰਨਿਆਂ ਕੁ 'ਤੇ ਰਹਿਮਤਾਂ ਕੀਤੀਆਂ ਹੋਣਗੀਆਂ, ਕਿੰਨਿਆਂ 'ਤੇ ਬਖਸ਼ਿਸ਼ਾਂ ਕੀਤੀਆਂ ਹੋਣਗੀਆਂ। ਪਿਆਰਿਓ 530 ਸਾਲਾਂ 'ਚ ਕਈ ਵਾਰੀ ਭੁਚਾਲ ਆਏ ਹੋਣਗੇ ਜੀ, ਪਰ ਉਹ ਕੱਚੀ ਕੰਧ ਜਿਹਦਾ ਭਰੋਸਾ ਹੀ ਨਹੀਂ ਸੀਗਾ ਵੀ ਕਿਹੜੇ ਵੇਲੇ ਡਿੱਗ ਜਾਣਾ, ਉਹ ਅੱਜ ਵੀ ਕਾਇਮ ਹੈ। ਸੱਚੇ ਪਾਤਸ਼ਾਹ ਮਿਹਰ ਕਰਨ। ਸਾਰਾ ਪੰਥ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਦੀ ਖੁਸ਼ੀ ਮਨਾਉਂਦਾ ਹੈ। ਵਿਦੇਸ਼ਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਜਿਹੜਾ ਹੈ ਉਹ ਪ੍ਰੇਮੀ ਸਿੱਖ ਪ੍ਰੇਮ ਦੇ ਨਾਲ ਮਨਾਉਂਦੇ ਹੈ। ਅਤੇ ਗੁਰੂ ਘਰ ਦੇ ਵਿੱਚ ਫਿਰ ਅੱਗੋਂ 4 ਲਾਵਾਂ ਪ੍ਰਚਲਿਤ ਹੋਈਆਂ। ਗੁਰੂ ਰਾਮਦਾਸ ਜੀ ਦੀ ਬਾਣੀ ਹਰ ਪਹਿਲੜੀ ਲਾਭ, ਪ੍ਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜਹੁ, ਪਾਪ ਤਜਾਇਆ ਬਲ ਰਾਮ ਜੀਓ। ਹਰ ਦੂਜੜੀ ਲਾਭ, ਸਤਿਗੁਰ ਪੁਰਖ ਮਿਲਾਇਆ ਬਲ ਰਾਮ ਜੀਓ।
ਹਰ ਤੀਜੜੀ ਲਾਭ। ਕਹਿੰਦੇ ਮਨ ਚਾਓ ਭਇਆ ਬੈਰਾਗੀਆ ਬਲਰਾਮ ਜੀਓ। ਹਰ ਚੌਥੜੀ ਲਾਭ ਮਨ ਸਹਿਜ ਭਇਆ ਬੜ ਭਾਗੀਆ ਬਲਰਾਮ ਜੀਓ। ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ। ਸਤਿਗੁਰੂ ਜੀ ਦੇ ਵਿਆਹ ਪੁਰਬ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਬਹੁਤ ਬਹੁਤ ਵਧਾਈਆਂ ਹੋਣ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਗੁਰਮੰਤਰ ਦਾ ਜਾਪ ਕਰ ਲਓ, ਫਿਰ ਦਾਸ ਖਿਮਾ ਮੰਗੇਗਾ। ਗੱਜ ਕੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਪ੍ਰੇਮ ਨਾਲ ਜਪ ਵਾਹਿਗੁਰੂ। 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 ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰ ਕਰਨ। ਸਤਿਗੁਰੂ ਗੁਰੂ ਨਾਨਕ ਸਾਹਿਬ ਸਾਡੇ ਤੇ ਦਇਆ ਕਰਨ, ਤਰਸ ਕਰਨ। ਮਹਾਰਾਜ ਦੁਨੀਆ ਨੂੰ ਤਾਰਨ ਵਾਸਤੇ ਆਏ ਆ ਤੇ ਹੁਣ ਵੀ ਤਾਰ ਰਹੇ ਨੇ, ਹੁਣ ਵੀ ਤਾਰ ਰਹੇ ਆ। ਖੇਡ ਕੀਤੀ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਜਿਨ੍ਹਾਂ ਨੇ ਬੰਦਗੀਆਂ ਕੀਤੀਆਂ,
ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਨੇੜਲਾ ਰਿਸ਼ਤਾ ਮਿਲਿਆ ਜੀ। ਕਿਸੇ ਨੂੰ ਮਾਂ ਦਾ ਮਿਲ ਗਿਆ, ਕਿਸੇ ਨੂੰ ਪਿਤਾ ਦਾ ਮਿਲ ਗਿਆ। ਬਹੁਤ ਭਗਤੀ ਸਤਿਕਾਰਯੋਗ ਪੂਜਨੀਕ ਬੇਬੇ ਨਾਨਕੀ ਜੀ ਦੀ, ਜਿਹੜੇ ਭੈਣ ਬਣੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸਭ ਤੋਂ ਪਹਿਲਾਂ ਪਛਾਣਨ ਵਾਲੇ ਜੀ। ਸਤਿਗੁਰੂ ਮਿਹਰਾਂ ਕਰਨ, ਕਿਰਪਾ ਕਰਨ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।